पंज बाणियां दी चल रही है विचार। आपां जपजी साहब, जाप साहब, त्वै प्रसाद सवैये, ये चार सवैयां दी आपां पहलां कर चुके हां विचार। ते अज पंजवें सवैये दी जो नितनेम दीयां बाणियां आपां पढ़दे हां, कलगीधर पातशाह दे पवित्र मुखार बिंद राही आई ये बाणी, ਉਹਦੀ ਆਪਾਂ ਵਿਚਾਰ ਕਰਨੀ ਹੈ, ਜਿਹਦੇ ਅੰਦਰ ਸਾਨੂੰ ਵਾਰ-ਵਾਰ ਇਹੋ ਹੀ ਸਮਝਾਇਆ ਜਾ ਰਿਹਾ ਕਿ ਜੇ ਅਸੀਂ ਪ੍ਰਭੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਬਾਕੀ ਜਿੰਨਾ ਮਰਜ਼ੀ ਸੰਸਾਰ ਦੇ ਅੰਦਰ ਅਸੀਂ ਕਾਰਜ ਕਰ ਲਈਏ, ਰਾਜੇ ਬਣ ਜਾਈਏ, ਮਹਾਰਾਜੇ ਬਣ ਜਾਈਏ, ਵੱਡੇ ਵੱਡੇ ਸੂਰਮੇ ਬਣ ਜਾਈਏ, ਤਾਂ ਸਾਰਾ ਕੁਝ ਫੇਲ ਹੋ ਜਾਂਦਾ ਹੈ। ਪਾਤਸ਼ਾਹ ਹੁਣ ਸਮਝਾ ਰਹੇ ਹਨ ਪੰਜਵੇਂ ਸਵਈਏ ਦੇ ਅੰਦਰ, ਸੁਧ ਸਪਾ ਦੁਰੰਤ ਦੁਬਾਹਾ, ਸੋ ਸਾਥ ਨਾ ਦੁਰਜਾਨ ਦਲੇਂਗੇ। ਸੁਧ ਕਹਿੰਦੇ ਨੇ ਵਧੀਆ ਪਰਖੇ ਹੋਏ, ਸਪਾ ਕਹਿੰਦੇ ਨੇ ਸੈਨਿਕਾਂ ਨੂੰ, ਤੇ ਦੁਰੰਤ ਕਹਿੰਦੇ ਨੇ ਜਿਨ੍ਹਾਂ ਨੂੰ ਜਿੱਤਿਆ ਨਾ ਜਾਂਦਾ ਹੋਵੇ, ਜਿਹੜੇ ਕਦੇ ਹਾਰਦੇ ਹੀ ਨਾ ਹੋਣ। ਦੁਰਵਾਹ ਕਹਿੰਦੇ ਨੇ ਜਿਨ੍ਹਾਂ ਦੀ ਕੋਈ ਝਾਲ ਹੀ ਨਾ ਝੱਲਦਾ ਹੋਵੇ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਇਹ ਤਾਂ ਏਡੇ ਬਲੀ ਲੜਾਕੇ ਸੂਰਮੇ ਨੇ, ਇਹਨਾਂ ਦੀ ਕੋਈ ਝਾਲ ਨਹੀਂ ਚੱਲ ਸਕਦਾ। ਹੁਣ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਸਮਝਾ ਰਹੇ ਆ, ਕਹਿੰਦੇ ਸੁਧ ਸਪਾ ਦੁਰੰਤ ਦੁਬਾਹਾ, ਸੋ ਸਾਥ ਨਾ ਦੁਰਜਾਨ ਦਲੇਂਗੇ। ਭਾਵੇਂ ਮਹਾਰਾਜ ਕਹਿੰਦੇ ਉਹ ਵੱਡੇ ਵੱਡੇ ਸੂਰਮੇ ਜੋ ਫੌਜੀ ਕਰਤੱਬਾਂ ਵਿੱਚ ਪੂਰੇ ਨਿਪੁੰਨ ਵੀ ਹੋਣ, ਜਿਨ੍ਹਾਂ ਨੂੰ ਕੋਈ ਜਿੱਤ ਵੀ ਨਾ ਸਕਦਾ ਹੋਵੇ, ਅਜਿੱਤ ਹੋਣ, ਜਿਨ੍ਹਾਂ ਦਾ ਹੱਲਾ ਇੰਨਾ ਮਾਰੂ ਹੋਵੇ, ਜਿਨ੍ਹਾਂ ਦੇ ਹਮਲੇ ਦੇ ਅੱਗੇ ਕੋਈ ਟਿਕ ਵੀ ਨਾ ਸਕਦਾ ਹੋਵੇ, ਤੇ ਜਿਨ੍ਹਾਂ ਦੀ ਕੋਈ ਝਾਲਮ ਨਾ ਚੱਲਦਾ ਹੋਵੇ, ਜੋ ਪੂਰੀ ਤਰ੍ਹਾਂ ਸ਼ਸਤਰਾਂ ਦੇ ਨਾਲ ਸਜ ਕੇ ਬਖਤਰ ਪਹਿਨ ਕੇ ਮੈਦਾਨ ਵਿੱਚ ਦੁਸ਼ਮਣਾਂ ਦਾ ਨਾਸ਼ ਕਰ ਦਿੰਦੇ ਹੋਣ। ਤੇ ਅੱਗੇ ਮਹਾਰਾਜ ਸਮਝਾ ਰਹੇ ਆ, ਕਹਿੰਦੇ ਭਾਰੀ ਗੁਮਾਨ ਭਰੇ ਮਨ ਮਹਿ, ਕਰ ਪਰਬਤ ਪੰਖ ਹਲੇ ਨਾ ਹਲੇਂਗੇ। ਜਿਨ੍ਹਾਂ ਦੇ ਮਨਾਂ ਵਿੱਚ ਆਪਦੀ ਸੂਰਬੀਰਤਾ ਦਾ, ਆਪਦੇ ਬਲ ਦਾ, ਯੁੱਧ ਦੇ ਅਭਿਆਸ ਦੀ ਨਿਪੁੰਨਤਾ ਦਾ ਇੰਨਾ ਮਾਣ ਹੋਵੇ ਕਿ ਭਾਵੇਂ ਆ ਜਿਹੜੇ ਪਰਬਤ ਨੇ, ਪਹਾੜ ਆਪਾਂ ਵੇਖਦੇ ਹਾਂ, ਇਹ ਵੀ ਖੰਭ ਲਾ ਕੇ ਉੱਡ ਜਾਣ। ਕੁਦਰਤ ਦੀ ਕੋਈ ਐਸੀ ਖੇਲ ਬਣ ਜੇ ਵੀ ਆ ਜਿਹੜੇ ਪਹਾੜ ਪਰਬਤ ਨੇ ਇਹ ਵੀ ਖੰਭ ਲਾ ਕੇ ਉੱਡ ਜਾਣ, ਪਰ ਉਹ ਸੂਰਮੇ ਇੰਨੇ ਦਲੇਰ ਹੋਣ ਕਿ ਅਸੀਂ ਰਣ ਭੂਮੀ ਦੇ ਵਿੱਚੋਂ ਪਿੱਛੇ ਨਹੀਂ ਹਟਾਂਗੇ। ਦੇਖੋ ਕਲਗੀਧਰ ਪਾਤਸ਼ਾਹ ਨੇ ਕਿੱਡਾ ਗਹਿਰਾਈ ਨਾਲ ਉਹਨਾਂ ਸੂਰਮਿਆਂ ਦੀ, ਜਿਨ੍ਹਾਂ 'ਚ ਨਿਪੁੰਨਤਾ ਹੈ, ਬਲ ਹੈ, ਯੁੱਧ ਅਭਿਆਸ ਦੇ ਉਹਨਾਂ ਕੋਲੇ ਢੰਗ ਨੇ, ਤੇ ਮਾਣ ਵੀ ਇੰਨਾ ਆਪਦੀ ਬਾਜੂ ਬਲ ਤੇ ਮਨ ਦੇ ਅੰਦਰ ਇਹ ਵਿਚਾਰ ਰੱਖਦੇ ਹੋਣ ਕਿ ਭਾਵੇਂ ਆ ਜਿਹੜੇ ਪਹਾੜ ਪਰਬਤ ਨੇ ਇਹ ਤਾਂ ਖੰਭ ਲਾ ਕੇ ਉੱਡ ਜਾਣ, ਪਰ ਅਸੀਂ ਜੇ ਮੈਦਾਨੇ ਜੰਗ ਦੇ ਅੰਦਰ ਕਿਤੇ ਡਟ ਕੇ ਖੜ ਗਏ, ਅਸੀਂ ਪਿੱਛੇ ਨਹੀਂ ਹਟਾਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੇਂਗੇ। ਜਿਹੜੇ ਇੰਨਾ ਮਨ ਦੇ ਅੰਦਰ ਯੁੱਧਾਂ ਦਾ ਅਭਿਆਸ, ਬਾਜੂ ਬਲ ਦਾ ਮਾਣ ਰੱਖਦੇ ਹੋਣ ਕਿ ਅਸੀਂ ਆਪਣੇ ਵੈਰੀਆਂ ਨੂੰ ਆਪਦੀ ਤਾਕਤ ਦੇ ਨਾਲ ਇੰਨਾ ਪਛਾੜ ਦਿਆਂਗੇ, ਜਿਹੜੇ ਬਹੁਤ ਸਾਡੇ ਮੂਹਰੇ ਆਕੀ ਜ਼ਾਲਮ ਆਉਣਗੇ, ਉਹਨਾਂ ਦੀਆਂ ਧੌਣਾ ਮਰੋੜ ਮਰੋੜ ਕੇ, ਆਪਾਂ ਕਹਿੰਦੇ ਨਾ ਵੀ ਨੇੜੇ ਆਇਆ ਬੰਦਾ ਧੌਣ ਮਰੋੜ ਕੇ ਸਿੱਟਦਾ, ਉਹ ਇਹ ਮਨ ਦੇ ਅੰਦਰ ਤਾਕਤ ਰੱਖਦੇ ਹੋਣ ਕਿ ਸਾਡੇ ਸਾਹਮਣੇ ਜਿੱਡਾ ਮਰਜ਼ੀ ਕੋਈ ਦੁਸ਼ਮਣ ਆ ਜੇ,
ਅਸੀਂ ਉਹਨਾਂ ਦੀਆਂ ਧੌਣਾ ਮਰੋੜ ਮਰੋੜ ਕੇ ਮਸਤ ਹਾਥੀਆਂ ਦੇ ਮਾਣ ਵੀ ਤੋੜ ਸਕਦੇ ਹਾਂ। ਇਹ ਤਾਂ ਕੋਈ ਅਟਲ ਸੱਚਾਈ ਆ। ਭਾਈ ਬਚਿੱਤਰ ਸਿੰਘ ਉਹਨਾਂ ਦੇ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਨਜ਼ਰ ਦੇ ਪਾਤਰ ਬਣੇ ਤੇ ਮਸਤ ਹਾਥੀਆਂ ਨੂੰ ਵੀ ਮੈਦਾਨੇ ਜੰਗ ਦੇ ਅੰਦਰ ਭਜਾਇਆ। ਪਰ ਇੱਥੇ ਫਰਕ ਆ, ਇੱਕ ਜੰਗ ਯੁੱਧ ਉਹ ਨੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਨਜ਼ਰ ਪ੍ਰਾਪਤੀ ਵਾਸਤੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਕੀਤੇ ਜਾਂਦੇ ਨੇ। ਇੱਕ ਜੰਗ ਯੁੱਧ ਉਹ ਨੇ ਜਿਹੜੇ ਕਿਸੇ ਸੰਸਾਰ ਦੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ, ਜ਼ਮੀਨਾਂ ਜਾਇਦਾਦਾਂ ਦੀ ਪ੍ਰਾਪਤੀ ਵਾਸਤੇ, ਕਹਿਣ ਤੋਂ ਭਾਵ ਕਿਸੇ ਲਾਲਚ ਦੁਆਰਾ ਪੈਦਾ ਕੀਤੇ ਜਾਂਦੇ ਆ। ਆਮ ਸੰਸਾਰ ਦੇ ਤੇ ਗੁਰੂ ਨਾਨਕ ਦੇ ਘਰ ਦੀ ਬਸ ਇਹੀ ਵਡਿਆਈ ਹੈ। ਗੁਰੂ ਸਾਹਿਬਾਨਾਂ ਨੇ ਜਦੋਂ ਵੀ ਸ਼ਾਸਤਰ ਚੱਕੇ ਜਾਂ ਸੈਨਾ ਤਿਆਰ ਕਰਕੇ ਉਹਨਾਂ ਨੂੰ ਚੁਕਵਾਏ, ਭਾਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੰਗ ਯੁੱਧ ਕੀਤੇ ਤੇ ਕਰਵਾਏ, ਭਾਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੌਜਾਂ ਤਿਆਰ ਕੀਤੀਆਂ, ਜੰਗ ਯੁੱਧ ਕੀਤੇ ਤੇ ਕਰਵਾਏ, ਪਰ ਉਹ ਜਿਹੜੇ ਜੰਗ ਯੁੱਧ ਹੋਏ ਉਹ ਕਾਲ ਦੇ ਪੰਜਾਂ ਦੂਤਾਂ ਤੋਂ ਉੱਪਰ ਉੱਠ ਕੇ ਹੋਏ। ਨਾ ਕਾਮ ਦੇ ਵਸ, ਨਾ ਕ੍ਰੋਧ ਦੇ ਵਸ, ਨਾ ਲੋਭ ਦੇ ਵਸ, ਨਾ ਮੋਹ ਦੇ ਵਸ, ਨਾ ਹੰਕਾਰ ਦੇ ਵਸ। ਜਦੋਂ ਇਹਨਾਂ ਪੰਜਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਨਸਾਨ ਧਰਮ ਯੁੱਧ ਮੋਰਚਿਆਂ 'ਚ ਜਾਂਦੇ ਨੇ, ਉਹ ਪਰਮਾਤਮਾ ਦੀ ਨਜ਼ਰ ਦੇ ਪਾਤਰ ਬਣ ਜਾਂਦੇ ਨੇ। ਉਹਨਾਂ ਦੇ ਅੱਗੇ ਫਿਰ ਕੋਈ ਅੜ ਨਹੀਂ ਸਕਦਾ। ਇੱਕ ਪਾਸੇ ਉਹ ਜੰਗ ਯੁੱਧ ਹੁੰਦੇ ਨੇ ਜਿਹੜੇ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਕੀਤੇ ਜਾਂਦੇ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇੱਥੇ ਆਪਾਂ ਨੂੰ ਸਮਝਾਇਆ, ਕਹਿੰਦੇ ਜਿਹੜੇ ਯੋਧਿਆਂ ਨੂੰ ਇੰਨਾ ਵੱਡਾ ਮਾਣ ਹੋਵੇ ਕਿ ਆਪਣੇ ਵੈਰੀਆਂ ਨੂੰ ਪਛਾੜ ਕੇ, ਉਹਨਾਂ ਦੀਆਂ ਧੌਣਾ ਮਰੋੜ ਕੇ, ਉਹਨਾਂ ਕੋਲੇ ਜੋ ਵੱਡੇ ਵੱਡੇ ਹਾਥੀ ਨੇ ਉਹਨਾਂ ਨੂੰ ਵੀ ਤੋੜ ਸਕਦੇ ਆ। ਪਰ ਅਖੀਰ ਪਾਤਸ਼ਾਹ ਕੀ ਸਮਝਾ ਰਹੇ ਆ, ਕਹਿੰਦੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਮੈਦਾਨ ਚਲੇਂਗੇ। ਕਹਿੰਦੇ ਇੰਨੀ ਤਾਕਤ ਰੱਖਦੇ ਹੋਣ ਮਨ ਦੇ ਅੰਦਰ ਕਿ ਭਾਵੇਂ ਪਰਬਤ ਉੱਡ ਜਾਣ ਖੰਭ ਲਾ ਕੇ, ਅਸੀਂ ਨਹੀਂ ਮੈਦਾਨੇ ਜੰਗ ਚੋਂ ਪਿੱਛੇ ਹਟਦੇ, ਸਾਡਾ ਕੋਈ ਪੈਰ ਨਹੀਂ ਪਿੱਛੇ ਕਰ ਸਕਦਾ। ਹਾਥੀਆਂ ਨੂੰ ਮਰੋੜ ਦਿਆਂਗੇ, ਦੁਸ਼ਮਣਾਂ ਦੇ ਗਲ ਘੁੱਟ ਦਿਆਂਗੇ। ਤੇ ਮਹਾਰਾਜ ਕਹਿੰਦੇ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ। ਕਹਿੰਦੇ ਜੇ ਉਸ ਮਾਇਆ ਦੇ ਪਤੀ ਪਰਮਾਤਮਾ ਦੀ ਕਿਰਪਾ ਦੇ ਪਾਤਰ ਨਹੀਂ ਬਣੇ, ਜਿਵੇਂ ਆਮ ਲੋਕ ਸੰਸਾਰ ਦੇ ਵਿੱਚੋਂ ਖਾਲੀ ਹੱਥ ਚਲੇ ਜਾਂਦੇ ਨੇ, ਇਹ ਵੱਡੇ ਵੱਡੇ ਸੂਰਮੇ ਵੀ ਇਹ ਸੰਸਾਰ ਚੋਂ ਖਾਲੀ ਹੱਥ ਚਲੇ ਜਾਣਗੇ। ਜਿਵੇਂ ਆਪਾਂ ਧਿਆਨ ਰੱਖਿਆ ਕਰੋ, ਜਦੋਂ ਕਿਸੇ ਪ੍ਰਾਣੀ ਦਾ ਸੰਸਕਾਰ ਕਰਾ ਕੇ ਆਉਂਦੇ ਆ ਤੇ ਗੁਰੂ ਘਰ ਅਲਾਣੀਆਂ ਦਾ ਪਾਠ ਕੀਤਾ ਜਾਂਦਾ ਹੈ। ਉਹਦੇ ਅੰਦਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਕਿ ਮਰਨ ਮਨਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ, ਸੂਰੇ ਸਈ ਆਗੇ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਕਹਿੰਦੇ ਜਿਹੜੇ ਸੂਰਮੇ ਆ ਇਹਨਾਂ ਦਾ ਮਰਨ ਦਾ ਹੱਕ ਹੁੰਦਾ। ਮਰਨ ਮਨਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ, ਉਹ ਮਰ ਕੇ ਪ੍ਰਵਾਨ ਹੋ ਜਾਂਦੇ ਆ। ਪਰ ਸੂਰੇ ਸਈ ਆਗੇ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਸੂਰਮੇ ਉਹ ਮਹਾਰਾਜ ਕਹਿੰਦੇ ਜਿਹੜੇ ਇੱਥੇ ਮੈਦਾਨੇ ਜੰਗਾਂ ਦੇ ਅੰਦਰ ਸ਼ਹੀਦੀਆਂ ਪਾ ਜਾਣ ਤੇ ਪ੍ਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੋ ਜਾਣ। ਪ੍ਰਵਾਨ ਕਿਵੇਂ ਹੋਇਆ ਜਾਂਦਾ? ਕਿਉਂਕਿ ਜਦੋਂ ਜੰਗ ਯੁੱਧ ਹੁੰਦੇ ਨੇ ਬੜਾ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ। ਜਿਹੜੇ ਤਾਂ ਫਿਰ ਧਾਰਮਿਕ ਯੋਧੇ ਨੇ,
ਉਹ ਤਾਂ ਲੜਾਈ ਕਰਦੇ ਨੇ ਮੁਖ ਚੋਂ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਤੇ ਉਹਦੀ ਨਜ਼ਰ ਦੀ ਪ੍ਰਾਪਤੀ ਵਾਸਤੇ। ਜਦੋਂ ਉਹਨਾਂ ਦੀਆਂ ਸ਼ਹੀਦੀਆਂ ਹੁੰਦੀਆਂ, ਧਿਆਨ ਉਹਨਾਂ ਦਾ ਪ੍ਰਮਾਤਮਾ ਵੱਲ ਹੁੰਦਾ ਤੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਜਿਹੜੇ ਦੂਸਰੇ ਨੇ ਇਹਨਾਂ ਗੱਲਾਂ ਤੋਂ ਦੂਰ ਨੇ, ਉਹਨਾਂ ਦੇ ਵਿਚਾਰ ਮਹਾਨ ਜੰਗਾਂ ਯੁੱਧਾਂ 'ਚ ਵੀ ਹੋਰ ਹੁੰਦੇ ਨੇ। ਜਿਵੇਂ ਆਪਾਂ ਸੈਨਿਕ ਭਰਤੀ ਕੀਤੇ ਹੁੰਦੇ ਨੇ, ਅੱਜ ਵੀ ਫੌਜ 'ਚ ਆਪਾਂ ਵੇਖਦੇ ਹਾਂ। ਜੇ ਤਾਂ ਸ਼ਹੀਦੀ ਸਮੇਂ ਉਹਨਾਂ ਦਾ ਧਿਆਨ ਚਲਿਆ ਗਿਆ ਆਪਣੇ ਕਿਸੇ ਪਰਿਵਾਰ ਵੱਲ, ਵੀ ਸਾਡਾ ਤਾਂ ਹੁਣ ਸਮਾਂ ਸਮਾਪਤ ਹੋ ਗਿਆ, ਸਾਡੇ ਪਰਿਵਾਰ ਦਾ ਕੀ ਬਣੂ, ਜਾਂ ਕਿਸੇ ਹੋਰ ਚੀਜ਼ ਵੱਲ, ਉਹ ਤਾਂ ਫਿਰ ਇੱਥੇ ਹੀ ਰਹਿ ਜਾਂਦੇ ਆ ਸੰਸਾਰ 'ਚ। ਕਿਉਂਕਿ ਗੁਰਬਾਣੀ ਦੇ ਫੈਸਲੇ ਨੇ ਆਖਰੀ ਸਮੇਂ ਤੇ ਜਿੱਧਰ ਨੂੰ ਸਾਡਾ ਧਿਆਨ ਚਲਿਆ ਗਿਆ, ਉਹੋ ਜਿਹਾ ਕੱਪੜਾ ਕਾਇਆਂ ਦਾ ਸਾਨੂੰ ਮਿਲ ਜਾਣਾ, ਜਿਹਨੂੰ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜੇ ਸਾਡਾ ਧਿਆਨ ਚਲਿਆ ਗਿਆ ਪ੍ਰਮਾਤਮਾ ਵੱਲ ਨੂੰ, ਤੇ ਫਿਰ ਅਸੀਂ ਮਾਲਕ ਦੀ ਦਰਗਾਹ 'ਚ ਪ੍ਰਵਾਨ ਹੋ ਜਾਂਦੇ ਹਾਂ। ਭਗਤ ਕਬੀਰ ਜੀ ਦੇ 2 ਸ਼ਲੋਕ ਨੇ, ਬੜਾ ਵਧੀਆ ਉਹਨਾਂ ਨੇ ਆਪਾਂ ਨੂੰ ਸਮਝਾਇਆ ਦੁਨਿਆਵੀ। ਕਿਉਂਕਿ ਪਹਿਲੇ ਸਮਿਆਂ ਦੇ ਅੰਦਰ ਇਹ ਭਾਰਤ ਦੀ ਧਰਤੀ ਤੇ ਇੱਕ ਸਤੀ ਪ੍ਰਥਾ ਚੱਲਦੀ ਹੁੰਦੀ। ਜੇ ਕਿਸੇ ਲੜਕੀ ਦੇ ਘਰ ਵਾਲੇ ਦੀ ਮੌਤ ਹੋ ਜਾਣੀ, ਉਹਦੇ ਮਨ ਦੇ ਅੰਦਰ ਇੱਥੇ ਐਸਾ ਟੇਢਾ ਗਿਆਨ ਵਰਤਾਇਆ ਗਿਆ ਕਿ ਜੇ ਤੇਰੇ ਪਤੀ ਹੁਣ ਮਰ ਗਿਆ, ਜੇ ਉਹਨੂੰ ਤੂੰ ਮਿਲਣਾ ਚਾਹੁੰਦੀ ਆ ਤਾਂ ਜਿਉਂਦੀ ਅੱਗ ਦੇ ਅੰਦਰ ਸਾੜ ਦਿੰਦੇ ਉਹਨੂੰ, ਜਿਹਨੂੰ ਕਹਿੰਦੇ ਸੀ ਸਤੀ ਪ੍ਰਥਾ। ਜੇ ਕਿਸੇ ਲੜਕੀ ਦਾ, ਚਾਹੇ ਉਹਦੀ ਕਿੰਨੀ ਉਮਰ ਆ, ਨੌਜਵਾਨ ਉਮਰ ਆ ਵਿਚਾਰੀ ਦੀ, ਉਹਦੇ ਘਰ ਵਾਲੇ ਦੀ ਮੌਤ ਹੋ ਜਾਣੀ, ਤਾਂ ਉਹਨੂੰ ਉਹਦੇ ਨਾਲ ਉਸੇ ਚਿਖਾ ਦੇ ਅੰਦਰ ਜਿਉਂਦੀ ਨੂੰ ਫੜਨਾ ਪੈਂਦਾ। ਜੇ ਨਾ ਕਰਦੇ, ਕਿਉਂਕਿ ਧਰਮ ਦੇ ਗਲਤ ਕਾਨੂੰਨ ਹੀ ਐਸੇ ਬਣਾਤੇ ਸੀ ਧਰਮੀ ਬੰਦਿਆਂ ਨੇ, ਲੋਕਾਂ ਦੇ ਮਨਾਂ 'ਚ ਇਹ ਭਰਮ ਪਾਤਾ ਸੀ ਕਿ ਜੇ ਇਹ ਅੱਗ ਦੇ ਅੰਦਰ ਆਪਦੇ ਘਰ ਵਾਲੇ ਨਾਲ ਸੜਦੀ ਆ ਤਾਂ ਇਹਦਾ ਪਤੀ ਇਹਨੂੰ ਮਿਲ ਜੂਗਾ। ਹੁਣ ਉਹ ਲੜਕੀ ਜਦੋਂ ਸਿਰਿਆਂ 'ਚ ਪਹੁੰਚਦੀ ਸੀ, ਉਹਦੇ ਘਰ ਵਾਲੇ ਦੀ ਚਿਖਾ ਕਿਣਕੇ ਉੱਤੇ ਪਾ ਦਿੱਤਾ ਜਾਂਦਾ ਸੀ, ਤੇ ਉਹ ਫਿਰ ਕੀ ਕਰਦੀ, ਇੱਕ ਉੱਥੇ ਮਸਾਣਾ 'ਚ ਜਾ ਕੇ ਤੇ ਆਪਣੇ ਮਸਾਣਾ ਨੂੰ ਇੱਕ ਬੇਨਤੀ ਕਰਦੀ। ਕੀ ਕਹਿੰਦੀ? ਉਹ ਕਹਿੰਦੀ ਵੀ ਆ ਦੇਖੋ, ਚਿੜਚਿੜਾ ਕਈ ਵਾਰ ਨਾ ਇਨਸਾਨ ਨਾਲ ਕੀ ਹੁੰਦਾ, ਜਦੋਂ ਉਹਦੇ ਤੇ ਬਹੁਤ ਦਬਾਅ ਬਣ ਜੇ ਸਾਰੇ ਪੱਖਾਂ ਤੋਂ, ਉਹਦੀ ਕੋਈ ਗੱਲ ਨਾ ਸੁਣੇ ਤੇ ਸੱਚੀ ਹੋਵੇ, ਕਿਉਂਕਿ ਚਿੜਚਿੜਾਉਣ ਲੱਗ ਜਾਂਦਾ ਕ੍ਰੋਧ ਦੇ ਅੰਦਰ। ਹੁਣ ਉਹ ਉੱਥੇ ਵਿਚਾਰੀ ਪਹਿਲਾਂ ਤਾਂ ਆਪਦੇ ਮਾਪਿਆਂ ਦੀ ਬੇਨਤੀ ਕਰਦੀ ਕਿ ਮੇਰੀ ਮਦਦ ਕਰੋ। ਧਰਮ ਦੇ ਗਲਤ ਦਾਇਰੇ 'ਚ ਆਏ ਹੋਏ ਮਾਪੇ ਵੀ ਜਵਾਬ ਦੇ ਜਾਂਦੇ। ਫਿਰ ਆਪਦੇ ਸਹੁਰੇ ਪਰਿਵਾਰ ਨੂੰ ਬੇਨਤੀ ਕਰਦੀ, ਉਹ ਵੀ ਜਵਾਬ ਦੇ ਜਾਂਦੇ। ਉਹ ਆਪਦੇ ਹੋਰ ਭੈਣ ਭਰਾ ਰਿਸ਼ਤੇਦਾਰਾਂ ਨੂੰ ਬੇਨਤੀ ਕਰਦੀ, ਉਹ ਵੀ ਜਵਾਬ ਦੇ ਜਾਂਦੇ। ਫਿਰ ਉਹ ਕੀ ਕਰਦੀ, ਉਹ ਮਸਾਣਾ ਦੀ ਮਿੱਟੀ ਨੂੰ, ਚਿਖਾ ਨੂੰ ਬੇਨਤੀ ਕਰਦੀ। ਉਹਨਾਂ ਨੇ ਲਿਖਿਆ, ਕਹਿੰਦੇ ਕਬੀਰ ਸਤੀ ਫਕਾਰੇ ਕਿਹ ਚਿੜੀ, ਸੁਣਹੋ ਵੀਰ ਮਸਾਨ, ਲੋਕ ਸਵਾਇਆ ਚੱਲ ਗਇਓ, ਹਮ ਤੁਮ ਕਾਮਨ ਦਾਨ। ਕਿ ਇਹ ਮੇਰੇ ਮਸਾਨ ਵੀਰੋ, ਮੇਰੇ ਤਾਂ ਸਾਰੇ ਸੰਗੀ ਸਾਥੀ ਮੇਰਾ ਖਹਿੜਾ ਛੱਡ ਗਏ, ਤੇ ਹੁਣ ਤੁਸੀਂ ਮੇਰੀ ਸਹਾਇਤਾ ਕਰੋ, ਤੁਸੀਂ ਮੇਰਾ ਆਸਰਾ ਬਣੋ। ਫਿਰ ਕੀਤਾ ਕੀ ਜਾਂਦਾ, ਉਹਦੇ ਹੱਥ 'ਚ ਇੱਕ ਨਾਰੀਅਲ ਨੂੰ ਸੰਧੂਰ ਲਾ ਕੇ ਫੜਾ ਦਿੱਤਾ ਜਾਂਦਾ। ਜਦੋਂ ਉਹਨੂੰ ਚਿਖਾ ਤੇ ਬਹਿ ਕੇ ਅੱਗ ਲਾ ਦੇਣੀ ਸੀ ਜਿਉਂਦੀ ਨੂੰ, ਉਹ ਸੰਧੂਰ ਫੜਾ ਦਿੰਦੇ ਤੇ ਉਹ ਵਿਚਾਰੀ, ਫਿਰ ਸਾਰੇ ਸਹਾਰੇ ਟੁੱਟ ਜਾਂਦੇ, ਕੋਈ ਨਾ ਸਹਾਰਾ ਕਰਦਾ। ਉਹ ਫਿਰ ਸੰਧੂਰਿਆ ਹੋਇਆ ਨਾਰੀਅਲ ਲੈ ਕੇ ਉਹ ਚਿਖਾ ਦੇ ਅੰਦਰ ਬਹਿ ਜਾਂਦੀ ਕਿ ਹੁਣ ਲਾ ਦਿਓ ਅੱਗ, ਹੁਣ ਨਹੀਂ ਮੇਰੀ ਕੋਈ ਪੇਸ਼ ਚੱਲਦੀ ਜਿਉਂਦੀ ਨੂੰ। ਭਗਤ ਕਬੀਰ ਜੀ ਨੇ ਫਿਰ ਸਮਝਾਇਆ, ਕਹਿੰਦੇ ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ, ਜਬ ਹਾਥ ਸੰਧੌਰਾ ਲੀਨ।
ਵੀ ਉਹ ਵਿਚਾਰੀ ਹੁਣ ਸੋਚਦੀ ਵੀ ਹੁਣ ਤਾਂ ਆਖਰੀ ਸਮਾਂ ਆ ਗਿਆ, ਮੇਰਾ ਕੋਈ ਬਚਾਓ ਨਹੀਂ ਹੈ। ਉਹ ਸੰਧੂਰਿਆ ਹੋਇਆ ਨਾਰੀਅਲ ਲੈ ਕੇ ਉੱਥੇ ਬਹਿ ਜਾਂਦੀ ਤੇ ਪ੍ਰਮਾਤਮਾ ਨੂੰ ਯਾਦ ਕਰਦੀ, ਉਹ ਜਿਉਂਦੀ ਨੂੰ ਅੱਗ ਲਾਉਂਦੇ। ਐਸੀ ਸਤੀ ਪ੍ਰਥਾ ਦੀ ਇੱਥੇ ਦੁਨੀਆ ਦੇ ਅੰਦਰ ਧਰਮ ਦਾ ਗਲਤ ਗਿਆਨ ਦੇ ਕੇ ਕੀਤਾ ਜਾਂਦਾ। ਇਹ ਤਾਂ ਮਹਾਰਾਜ ਦੀ ਹੌਲੀ ਹੌਲੀ ਕਿਰਪਾ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਤੇ ਆਏ, ਉਹਨਾਂ ਨੇ ਐਸੀਆਂ ਪ੍ਰਥਾ ਦੀ ਰੀਤੀ ਤੋੜੀ, ਲੋਕਾਂ ਨੂੰ ਸਮਝਾਇਆ ਕਿ ਜੇ ਤੁਸੀਂ ਇੱਕ ਵਾਰ ਤੁਹਾਡੇ ਘਰ ਵਾਲਾ ਖਤਮ ਹੋ ਗਿਆ, ਇਸ ਵਿਧੀ ਨਾਲ ਨਹੀਂ ਤੁਹਾਨੂੰ ਮਿਲ ਸਕਦਾ। ਹਾਂ, ਤੁਸੀਂ ਪਰਮਾਤਮਾ ਦੀ ਬੰਦਗੀ ਕਰਕੇ ਜਿਹੜਾ ਆਪਣਾ ਸਾਰਿਆਂ ਦਾ ਪਤੀ ਆ ਉਹਨੂੰ ਮਿਲ ਲਓ। ਤੇ ਇੱਧਰ ਸੰਧੌਰਾ ਦੂਸਰਾ ਇਹ ਵੀ ਇਹਦਾ ਅਰਥ ਦੱਸਿਆ ਕਿ ਜਦੋਂ ਧਰਮ ਯੁੱਧ ਮੋਰਚੇ ਦੇ ਅੰਦਰ ਧਰਮੀ ਬੰਦਿਆਂ ਦਾ ਤੇ ਦੂਸਰਿਆਂ ਦਾ ਬਸ ਇਹੀ ਫਰਕ ਹੁੰਦਾ, ਉਹ ਨਸ਼ੇ ਪੀ ਕੇ ਹੰਕਾਰ ਕਰਕੇ ਲੜਦੇ ਆ। ਧਰਮੀ ਜਿਹੜੇ ਬੰਦੇ ਨੇ ਉਹ ਫਿਰ ਜਦੋਂ ਮੈਦਾਨੇ ਜੰਗਾਂ 'ਚ ਜਾਂਦੇ, ਧਰਮ ਯੁੱਧ ਮੋਰਚਿਆਂ 'ਚ, ਉਹ ਅਰਦਾਸ ਬੇਨਤੀ ਕਰਕੇ ਜਾਂਦੇ। ਤੇ ਇੱਥੇ ਸੰਧੌਰਾ ਕਹਿੰਦੇ ਆ ਖੰਡੇ ਨੂੰ। ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਇੱਕ ਪਾਸਾ ਕਰਨਾ ਹੀ ਪੈਣਾ, ਜਿਵੇਂ ਆਪਾਂ ਚਮਕੌਰ ਦੀਆਂ ਗੜੀ ਦੀਆਂ ਗੱਲਾਂ ਸੁਣਦੇ ਆ, ਵਾਹੇ ਬਹੁਤ ਥੋੜੇ ਰਹਿ ਗਏ ਤੇ ਪਰ ਉਹ ਆਪਣਾ 1.25 ਲੱਖ ਨਾਲ ਲੜਦੇ ਰਹੇ। ਅਰਦਾਸ ਬੇਨਤੀ ਕਰਦੇ ਕਿ ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੌਰਾ ਲੀਨ। ਜਦੋਂ ਉਹ ਧਰਮ ਯੁੱਧ ਲਈ ਖੰਡਾ ਚੱਕ ਲੈਂਦੇ ਤੇ ਫਿਰ ਮੌਤ ਦੇ ਭੈ ਤੋਂ ਦੂਰ ਹੋ ਜਾਂਦੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਸਮਝਾ ਰਹੇ ਆ ਕਿ ਸੂਰੇ ਜਿੰਨੇ ਮਰਜ਼ੀ ਹੋਣ, ਜੇ ਉਹਨਾਂ ਕੋਲੇ ਪ੍ਰਮਾਤਮਾ ਦੀ ਕਿਰਪਾ ਨਹੀਂ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਨ ਜਹਾਨ ਨਦਾਨ ਚਲੇਂਗੇ। ਉਹ ਸਾਰਾ ਕੁਝ ਸੰਸਾਰ ਦੇ ਅੰਦਰ ਛੱਡ ਕੇ ਖਾਲੀ ਹੱਥ ਇੱਥੋਂ ਵਾਪਸ ਜਾਣਗੇ। ਹੁਣ ਅਗਲੇ ਸਵਈਏ ਦੇ ਅੰਦਰ ਵੀ ਸਮਝਾ ਰਹੇ ਆ, ਕਹਿੰਦੇ ਵੀਰ ਅਪਾਰ ਵੱਡੇ ਬਰਿਆਰ, ਅਵਚਾਰ ਹੈ ਸਾਰ ਕੀ ਧਾਰ ਪਛਈਆ। ਤੇ ਵੀਰ ਕਹਿੰਦੇ ਨੇ ਯੋਧਿਆਂ ਨੂੰ, ਅਪਾਰ ਬੇਅੰਤ, ਬਰਿਆਰ ਕਹਿੰਦੇ ਨੇ ਬਲਵਾਨ ਨੂੰ। ਜਿਵੇਂ ਆਪਣੀ ਆਮ ਭਾਸ਼ਾ ਚ ਆਪਾਂ ਕਹਿੰਦੇ ਆ ਕਿ ਬਾਹਲਾ ਬਰਿਆਰ ਬਣਦਾ। ਅਵਚਾਰ ਇਹ ਕਹਿੰਦੇ ਨੇ ਬੇਪਰਵਾਹ, ਬੇਪਰਵਾਹ ਹੋ ਜਾਣਾ। ਤੇ ਸਾਰ ਕਹਿੰਦੇ ਨੇ ਲੋਹੇ ਨੂੰ, ਸ਼ਸਤਰ ਨੂੰ। ਪਛਈਆ ਕਹਿੰਦੇ ਨੇ ਸਹਾਰਨ ਵਾਲੇ ਨੂੰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾ ਰਹੇ ਆ ਕਿ ਬੜੇ ਬਲਵਾਨ ਯੋਧੇ ਜੋ ਨਿਝਿਜਕ ਹੋ ਕੇ ਬੜੀ ਬੇਪਰਵਾਹੀ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਚੋਟਾਂ ਸਹਿ ਸਕਦੇ ਹੋਣ। ਤੋਰਤ ਦੇਸ ਮਲਿੰਦਮ ਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਤੋਰਤ ਕਹਿੰਦੇ ਨੇ ਜਿੱਤਣ ਵਾਲਿਆਂ ਨੂੰ, ਤੇ ਮਲਿੰਦ ਕਹਿੰਦੇ ਨੇ ਜਿਹੜੇ ਕਿਸੇ ਨੂੰ ਆਪਦੇ ਅਧੀਨ ਕਰ ਲੈਣ, ਜਾਣੀ ਜੰਗਾਂ ਯੁੱਧਾਂ ਦੇ ਅੰਦਰ ਐਸਾ ਖੇਲ ਕਰਨ, ਦੁਸ਼ਮਣਾਂ ਨੂੰ ਆਪਦੇ ਅਧੀਨ ਕਰ ਲੈਣ। ਮੁਵਾਸਨ ਕਹਿੰਦੇ ਨੇ ਆਕੀ ਮਨੁੱਖਾਂ ਨੂੰ, ਤੇ ਮਲਈਆ ਕਹਿੰਦੇ ਨੇ ਮਰਨ ਵਾਲਿਆਂ ਨੂੰ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾ ਰਹੇ ਆ, ਜੋ ਕਈ ਦੇਸ਼ਾਂ ਨੂੰ ਫਤਿਹ ਕਰ ਲੈਣ, ਬੜੇ ਬੜੇ ਆਕੀਆਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲੈਣ, ਤੇ ਮਸਤ ਹਾਥੀਆਂ ਦਾ ਮਾਣ ਤੋੜ ਦੇਣ। ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ। ਜੋ ਬੜੇ ਮਜ਼ਬੂਤ, ਕਿਉਂਕਿ ਗੜਾਨ ਕਹਿੰਦੇ ਨੇ ਕਿਲਿਆਂ ਨੂੰ, ਗਾੜੇ ਕਹਿੰਦੇ ਨੇ ਮਜ਼ਬੂਤ, ਮਜ਼ਬੂਤ ਕਿਲੇ। ਬਾਤਨ ਹੀ ਗੱਲਾਂ ਨਾਲ ਹੀ ਚੱਕ ਸਾਰ, ਚੱਕ ਚਾਰ, ਸਾਰੀ ਧਰਤੀ ਤੇ ਕਬਜ਼ਾ ਕਰ ਲੈਣ। ਪਾਤਸ਼ਾਹ ਸਮਝਾ ਰਹੇ ਆ, ਜੋ ਬੜੇ ਬੜੇ ਮਜ਼ਬੂਤ ਕਿਲਿਆਂ ਨੂੰ ਸਰ ਕਰ ਲੈਣ ਤੇ ਗੱਲਾਂ ਬਾਤਾਂ ਨਾਲ ਹੀ ਸਾਰੀ ਧਰਤੀ ਤੇ ਕਬਜ਼ਾ ਕਰ ਲੈਣ, ਭਾਵੇਂ ਸਾਰੀ ਧਰਤੀ ਨੂੰ ਆਪਣੇ ਅਧੀਨ ਕਰ ਲੈਣ। ਅਧੀਨ ਕਰਨਾ ਕੋਈ ਉਹਨਾਂ ਵਾਸਤੇ ਔਖੀ ਗੱਲ ਨਾ ਹੋਵੇ, ਇੰਨੀ ਪਾਵਰ ਹੋਵੇ ਕਿ ਉਹ ਸਾਰੀ ਧਰਤੀ ਤੇ ਕਬਜ਼ਾ ਕਰਨ ਦੇ ਸਮਰੱਥ ਹੋਣ। ਪਰ ਅੱਗੇ ਮਹਾਰਾਜ ਕੀ ਸਮਝਾਉਂਦੇ,
ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਇਹੋ ਜਿਹੇ ਬਹਾਦਰ ਯੋਧੇ ਵੀ ਉਸ ਪਰਮਾਤਮਾ ਦੇ ਦਰ ਤੇ ਮੰਗਤਿਆਂ ਵਾਂਗੂ ਮੰਗਾਂ ਮੰਗਦੇ ਆ। ਉਹ ਮਾਇਆ ਦਾ ਪਤੀ ਪਰਮਾਤਮਾ ਸਭ ਨੂੰ ਦਾਤਾਂ ਦਿੰਦਾ ਤੇ ਸਾਰੇ ਜੀਵਾਂ ਦੇ ਸਿਰ ਦਾ ਸੁਆਮੀ ਹੈ। ਕਹਿਣ ਤੋਂ ਭਾਵ ਜਿੰਨੇ ਮਰਜ਼ੀ ਕੋਈ ਤਾਕਤਵਰ ਬੰਦੇ ਹੋਣ, ਦੇਸ਼ਾਂ ਤੇ ਫਤਿਹ ਪਾਉਣ ਵਾਲੇ ਹੋਣ, ਸਾਰੀ ਧਰਤੀ ਤੇ ਕਬਜ਼ਾ ਕਰਨ ਦੇ ਸਮਰੱਥ ਹੋਣ, ਪਰ ਉਸ ਪਰਮਾਤਮਾ ਦੇ ਦਰ ਦੇ ਤਾਂ ਸਾਰੇ ਮੰਗਤੇ ਹੀ ਆ। ਉਹ ਤੋਂ ਸਾਰੇ ਅਰਦਾਸਾਂ ਬੇਨਤੀਆਂ ਕਰਕੇ ਆਪਣੀ ਜਿਹੜੀ ਫਤਿਹ ਆ, ਜਿੱਤ ਆ, ਉਹਦੀ ਆਸ ਰੱਖਦੇ ਆ। ਤੇ ਅੱਗੇ ਹੁਣ ਪਾਤਸ਼ਾਹ ਸਮਝਾ ਰਹੇ ਆ ਅਗਲੇ ਸਵਈਏ ਚ, ਕਹਿੰਦੇ ਦਾਨਵ ਦੇਵ ਫਨਿੰਦਨ ਸਾਚਰ, ਭੂਤ ਭਵਿੱਖ ਬਭਾਨ ਜਪੈਂਗੇ। ਦਾਨਵ ਕਹਿੰਦੇ ਨੇ ਜੀ ਦੈਤਾਂ ਨੂੰ, ਦੇਵ ਕਹਿੰਦੇ ਨੇ ਦੇਵਤਿਆਂ ਨੂੰ, ਫਨਿੰਦ ਕਹਿੰਦੇ ਨੇ ਸ਼ੇਸ਼ ਨਾਗ ਨੂੰ, ਤੇ ਨਸਾਚਰ ਕਹਿੰਦੇ ਨੇ ਭੂਤਾਂ ਪ੍ਰੇਤਾਂ ਨੂੰ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆਪਾਂ ਨੂੰ, ਦਾਨਵ ਦੇਵ ਫਨਿੰਦ ਨਸਾਚਰ, ਭੂਤ ਭਵਿੱਖ ਬਭਾਨ ਜਪੈਂਗੇ। ਕਹਿੰਦੇ ਇੱਥੇ ਪੈਦਾ ਹੋਣ ਵਾਲੇ ਦੈਂਤ, ਦੇਵਤੇ, ਸ਼ੇਸ਼ ਨਾਗ ਅਤੇ ਜਿੰਨੇ ਆ ਭੂਤ ਪ੍ਰੇਤ ਆਦਿਕ ਨੇ, ਇਹ ਤਿੰਨੇ ਸਮਿਆਂ ਦੇ ਅੰਦਰ ਹੀ ਭੂਤ ਭਵਿੱਖ ਭਗਵਾਨ ਜਪੈਂਗੇ। ਭੂਤ ਕਹਿੰਦੇ ਨੇ ਭੂਤ ਕਾਲ ਨੂੰ, ਜਿਹੜਾ ਸਮਾਂ ਬੀਤ ਚੁੱਕਿਆ। ਭਵਿੱਖ ਕਹਿੰਦੇ ਨੇ ਆਉਣ ਵਾਲੇ ਸਮੇਂ ਨੂੰ, ਤੇ ਭਗਵਾਨ ਕਹਿੰਦੇ ਨੇ ਵਰਤਮਾਨ ਸਮੇਂ ਨੂੰ, ਜਿਹੜਾ ਹੁਣ ਚੱਲ ਰਿਹਾ। ਕਿਉਂਕਿ ਤਿੰਨ ਹੀ ਸਮੇਂ ਨੇ, ਵਰਤਮਾਨ ਹੈ, ਭਵਿੱਖ ਹੈ ਤੇ ਭੂਤ ਕਾਲ ਹੈ। ਆਪਾਂ ਜਿਹੜੇ ਜੀਵ ਆ, ਕਿਤੇ ਆਪਦੇ ਮਨ ਦੇ ਅੰਦਰ ਸੋਚ ਵਿਚਾਰ ਕਰਕੇ ਦੇਖਿਓ, ਆਪਾਂ ਵਰਤਮਾਨ ਦੇ ਅੰਦਰ ਬਹੁਤ ਘੱਟ ਹਾਜ਼ਰ ਰਹਿੰਦੇ ਆ। ਜਾਂ ਤਾਂ ਸਾਡਾ ਮਨ ਵਿਚਾਰਾਂ ਦੇ ਅਧੀਨ ਜਿਹੜਾ ਭੂਤ ਕਾਲ ਸਮਾਂ ਬੀਤ ਗਿਆ, ਉਹਦੀਆਂ ਵਿਚਾਰਾਂ ਨਾਲ ਜੁੜਿਆ ਰਹਿੰਦਾ। ਜੇ ਤਾਂ ਅੱਛਾ ਸਮਾਂ ਬੀਤਿਆ, ਉਹਦੇ ਨਾਲ ਜੁੜ ਗਿਆ ਤਾਂ ਮਾੜੀ ਮੋਟੀ ਖੁਸ਼ੀ ਰਹਿੰਦੀ ਹੈ। ਤੇ ਨਹੀਂ, ਜੀਵਨ ਦੇ ਅੰਦਰ ਜਿਹੜਾ ਦੁੱਖਾਂ ਦਾ ਸਮਾਂ ਲੰਘਿਆ ਹੁੰਦਾ, ਉਹਦੇ ਵਿਚਾਰ ਲੈਣ ਲੱਗ ਗਿਆ ਤਾਂ ਇਹ ਦੁਖੀ ਹੋਇਆ ਰਹਿੰਦਾ। ਜਾਂ ਫਿਰ ਭਵਿੱਖ, ਜਿਹੜਾ ਆਉਣ ਵਾਲਾ ਸਮਾਂ, ਤੇ ਜਿਹਦਾ ਸਾਨੂੰ ਪਤਾ ਵੀ ਕਿਸੇ ਨੂੰ ਨਹੀਂ ਇਹ ਹੈ ਕਿੰਨਾ। ਕਿਉਂਕਿ ਪਾਤਸ਼ਾਹ ਨੇ ਤਾਂ ਇੱਕਦਮ ਦੀ ਬੁਨਿਆਦ ਕਹੀ ਆ, ਹਮ ਆਦਮੀ ਹਾਂ ਇੱਕਦਮੀ ਮੁਹਲਤ ਮੁਹਤ ਨਾ ਜਾਣਾ। ਵੀ ਅਸੀਂ ਇੱਕਦਮ ਦੀ ਸਾਡੀ ਬੁਨਿਆਦ ਹੈ ਇੱਕ ਸਵਾਸ ਦੀ। ਹੁਣ ਆਮ ਜੀਵ ਆ ਜਿਹੜਾ, ਉਹ ਜਾਂ ਤਾਂ ਭਵਿੱਖ ਬਾਰੇ ਸੋਚਦਾ ਰਹਿੰਦਾ, ਆਉਣ ਵਾਲੇ ਸਮੇਂ ਬਾਰੇ, ਜਾਂ ਜਿਹੜਾ ਭੂਤ ਕਾਲ ਬੀਤ ਗਿਆ ਇਹਦਾ ਸੋਚਦਾ ਰਹਿੰਦਾ। ਇਹਦਾ ਨੁਕਸਾਨ ਕੀ ਹੋ ਜਾਂਦਾ ਕਿ ਜਿਹੜੀ ਸਾਡੇ ਕੋਲੇ ਕਈ ਵਾਰ ਵਰਤਮਾਨ ਦੀ ਖੁਸ਼ੀ ਹੁੰਦੀ ਹੈ, ਇਹ ਵੀ ਸਾਡੀ ਅਜਾਈ ਚਲੀ ਜਾਂਦੀ ਹੈ। ਐਸਾ ਖੇਲ ਬਣ ਜਾਂਦਾ, ਆਪਣੇ ਘਰਾਂ 'ਚ ਖੁਸ਼ੀ ਦੇ ਮਾਹੌਲ ਹੁੰਦੇ ਨੇ, ਕੋਈ ਪ੍ਰੋਗਰਾਮ ਹੁੰਦੇ ਨੇ, ਪਰ ਸਾਡਾ ਮਨ ਇਹ ਭੂਤ ਕਾਲ 'ਚ ਚਲਿਆ ਜਾਂਦਾ, ਕਿਤੇ ਵਿਚਾਰਾਂ 'ਚ, ਕਿਤੇ ਭਵਿੱਖ 'ਚ ਚਲਿਆ ਜਾਂਦਾ। ਇਹ ਟਿਕਾਊ ਹੀ ਨਹੀਂ ਕਰਦਾ, ਖੁਸ਼ ਨਹੀਂ ਹੁੰਦਾ। ਅਸੀਂ ਧਰਮ ਦਾ ਕੋਈ ਕਰਮ ਕਰਨ ਬੈਠਦੇ ਹਾਂ, ਬਾਣੀ ਪੜ੍ਹਨ ਬੈਠੇ, ਸਿਮਰਨ ਕਰਨ ਬੈਠੇ, ਸਾਡਾ ਮਨ ਜਾਂ ਭੂਤ ਕਾਲ ਦੇ ਵਿਚਾਰ ਲਈ ਜਾਂਦਾ ਜੋ ਸਮਾਂ ਲੰਘ ਗਿਆ, ਜਾਂ ਭਵਿੱਖ ਦੇ ਲਈ ਜਾਂਦਾ। ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਿ ਵਰਤਮਾਨ 'ਚ ਰਹਿਣਾ ਸਿੱਖੋ। ਤੁਹਾਡੀ ਇੱਕ ਸਵਾਸ ਦੀ ਬੁਨਿਆਦ ਆ, ਕਿਤੇ ਆਪਾਂ ਵਿਚਾਰ ਕਰਕੇ ਦੇਖ ਲਿਓ। ਸਾਤੋਂ ਜੇ ਅਸੀਂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਸਾਤੋਂ ਇੱਕ ਸਵਾਸ ਵੀ ਵਰਤਮਾਨ ਸਮੇਂ 'ਚ ਰਹਿਆ ਨਹੀਂ ਜਾਂਦਾ। ਸਵਾਸ ਅੰਦਰ ਜਾ ਕੇ ਬਾਹਰ ਆਉਣ ਤੱਕ ਦੇ ਸਮੇਂ 'ਚ ਪਤਾ ਨਹੀਂ ਕਿੰਨੇ ਕੁ ਵਿਚਾਰ ਬਣ ਜਾਂਦੇ ਆ। ਤੇ ਪਰ ਸਤਿਗੁਰੂ ਪਾਤਸ਼ਾਹ ਸਾਨੂੰ ਇਹੀ ਤਾਂ ਸਿਖਾਉਂਦੇ ਹਨ ਕਿ ਜਦੋਂ ਤੁਸੀਂ ਅਭਿਆਸ ਕਰੋਗੇ, ਤੁਸੀਂ ਵਰਤਮਾਨ 'ਚ ਰਹੋਗੇ ਤੇ ਵਾਹਿਗੁਰੂ ਦੀ ਤੁਹਾਡੇ ਤੇ ਕਿਰਪਾ ਹੋਊਗੀ। ਭਵਿੱਖ ਦੀ ਚਿੰਤਾ ਨਹੀਂ ਹੋਊਗੀ। ਜਿਹੜਾ ਬੀਤ ਚੁੱਕਿਆ ਉਹਦਾ ਛੱਡ ਦਿੱਤਾ ਜਾਊਗਾ ਖਹਿੜਾ। ਪਰ ਇੱਥੇ ਮਹਾਰਾਜ ਇਹ ਸਮਝਾ ਰਹੇ ਆ
ਕਿ ਦਾਨ ਬਦੇਵ ਫਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੰਗੇ। ਕਹਿੰਦੇ ਜਿੰਨੇ ਵੀ ਇੱਥੇ ਦੇਵਤੇ ਦੈਂਤ ਹੋਏ, ਸ਼ੇਸ਼ ਨਾਗ ਵਰਗੇ ਹੈ ਜਾਂ ਹੋਏ, ਜਿੰਨੇ ਭੂਤ ਪ੍ਰੇਤ ਨੇ, ਉਹ ਤਿੰਨੇ ਸਮਿਆਂ ਦੇ ਅੰਦਰ ਉਸ ਪ੍ਰਮਾਤਮਾ ਨੂੰ ਜਪਦੇ ਆ ਰਹੇ ਆ, ਜਪ ਰਹੇ ਆ, ਤੇ ਆਉਣ ਵਾਲੇ ਸਮੇਂ 'ਚ ਜਪਦੇ ਰਹਿਣਗੇ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ, ਸਭ ਥਾਪ ਥਪੰਗੇ। ਹੁਣ ਮਹਾਰਾਜ ਸਮਝਾ ਰਹੇ ਆ ਕਿ ਉਸ ਮਾਲਕ ਵਾਹਿਗੁਰੂ ਨੇ ਜਿੰਨੀ ਵੀ ਆ ਸ੍ਰਿਸ਼ਟੀ ਪੈਦਾ ਕੀਤੀ ਹੈ, ਚਾਹੇ ਕੋਈ ਜਲ 'ਚ ਰਹਿੰਦੇ ਆ, ਚਾਹੇ ਕੋਈ ਥਲ 'ਚ ਰਹਿੰਦੇ ਆ, ਕਿਉਂਕਿ 42 ਲੱਖ ਜੂਨ ਆਪਣੀ ਧਰਤੀ ਤੇ ਦੱਸੀ ਆ, 42 ਲੱਖ ਪਾਣੀ 'ਚ ਦੱਸਦੀ। ਇਸ ਕਰਕੇ ਮਹਾਰਾਜ ਸਮਝਾ ਰਹੇ ਆ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ, ਸਭ ਥਾਪ ਥਪੇਂਗੇ। ਕਿ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੇ ਜਲਾਂ ਵਿੱਚ ਥਲਾਂ ਵਿੱਚ ਜਿੰਨੇ ਵੀ ਜੀਵ ਜੰਤ ਹਨ, ਉਹਨਾਂ ਸਾਰਿਆਂ ਨੂੰ ਇੱਕ ਪਲ ਦੇ ਅੰਦਰ ਹੀ ਰਚ ਦਿੰਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਸੁਖਮਨੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਹਰਨ ਕਹਿੰਦੇ ਨੇ ਖਤਮ ਕਰਨ ਨੂੰ, ਭੱਜ ਜਾਣ ਨੂੰ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਹਰਨ ਹੋ ਗਿਆ, ਤੇ ਭਰਨ ਕਹਿੰਦੇ ਆ ਉਹਨੂੰ ਭਰਨ ਨੂੰ। ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ। ਉਸ ਅਕਾਲ ਪੁਰਖ ਵਾਹਿਗੁਰੂ 'ਚ ਏਡੀ ਕਲਾ, ਉਹ ਇਹ ਸੰਸਾਰ ਨੂੰ ਇੱਕ ਅੱਖ ਝਮਕਣ ਜਿੰਨੇ ਸਮੇਂ 'ਚ ਖਤਮ ਕਰ ਸਕਦਾ, ਤੇ ਅੱਖ ਝਮਕਣ ਅੱਖ ਖੋਲਣ ਜਿੰਨੇ ਸਮੇਂ 'ਚ ਦੁਬਾਰਾ ਪੈਦਾ ਕਰ ਸਕਦਾ। ਤੇ ਇਸੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਉਹ ਅਕਾਲ ਪੁਰਖ ਜਲ ਵਿੱਚ ਰਹਿਣ ਵਾਲੇ ਜੀਵਾਂ ਨੂੰ, ਥਲ ਵਿੱਚ ਰਹਿਣ ਵਾਲੇ ਨੇ ਜਿੰਨੇ ਵੀ ਆ, ਉਹਨਾਂ ਨੂੰ ਇੱਕ ਪਲ ਦੇ ਅੰਦਰ ਹੀ ਰਚਨਾ ਕਰਨ ਦੀ ਸਮਰੱਥਾ ਰੱਖਦਾ। ਪੁੰਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੰਗੇ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾ ਰਹੇ ਆ, ਧਰਮ ਦੇ ਜਿਹੜੇ ਕਰਮ ਨੇ, ਇਹਨਾਂ ਦਾ ਲਾਭ, ਜਿੰਨੇ ਵੀ ਧਰਮ ਦੇ ਕਰਮ ਸੰਸਾਰ 'ਚ ਚੱਲਦੇ ਨੇ, ਇਹਨਾਂ ਦਾ ਲਾਭ ਕੀ ਹੈ? ਕਈ ਵਾਰ ਅੱਜ ਹੋ ਜਾਂਦਾ ਵੀ ਇਹਨਾਂ ਦਾ ਫਾਇਦਾ ਕੀ ਹੈ। ਹੁਣ ਕਲਗੀਧਰ ਪਾਤਸ਼ਾਹ ਇੱਥੇ ਸਮਝਾ ਰਹੇ ਆ, ਕਹਿੰਦੇ ਪੁੰਨ ਦਾਨ ਤੇ ਜਿੰਨੇ ਸ਼ੁਭ ਕਰਮ ਨੇ, ਜੇ ਮਨ ਲਾ ਕੇ ਕੀਤੇ ਜਾਣ, ਇੱਕ ਤਾਂ ਹੁੰਦੀਆਂ ਦੁਕਾਨਦਾਰੀਆਂ ਜਾਂ ਪਖੰਡ, ਇੱਕ ਹੁੰਦਾ ਪਰਮਾਤਮਾ ਦੇ ਧਰਮ ਦੇ ਕਰਮ ਕਰਨੇ, ਹਉਮੈ ਹੰਕਾਰ ਤੋਂ ਰਹਿਤ ਹੋ ਕੇ ਕੇਵਲ ਤੋਂ ਕੇਵਲ ਸਰਬੱਤ ਦੇ ਭਲੇ ਵਾਸਤੇ। ਜਿਹੜੇ ਐਸੇ ਕਰਮ ਨੇ, ਮਹਾਰਾਜ ਕਹਿੰਦੇ ਪੁੰਨ ਦਾਨ ਆਦਿਕ ਜਿਹੜੇ ਸ਼ੁਭ ਕਰਮ ਨੇ, ਉਹਨਾਂ ਦਾ ਦੁਨੀਆ 'ਚ ਪ੍ਰਤਾਪ ਵਧੂਗਾ। ਜੇ ਮਾਲਕ ਦੀ ਕਿਰਪਾ ਦੇ ਵਿੱਚ ਹੁੰਦੇ ਹੋਏ ਆਪਾਂ ਹਉਮੈ ਹੰਕਾਰ ਤੋਂ ਦੂਰ ਹੋ ਕੇ ਕਰਮ ਕਰਦੇ ਰਹੀਏ, ਸਾਰੇ ਪਾਸੇ ਜੈਕਾਰ ਦੀ ਧੁਨੀ ਸੁਣਾਈ ਦੇਵੇਗੀ ਤੇ ਪਾਪਾਂ ਦੇ ਸਮੂਹ ਦਰ ਨਾਸ ਹੋ ਜਾਣਗੇ। ਤੇ ਸ਼ੁਰੂ ਤੋਂ ਹੁੰਦਾ ਆਇਆ, ਹੋ ਰਿਹਾ ਤੇ ਆਉਣ ਵਾਲੇ ਸਮੇਂ 'ਚ ਹੁੰਦਾ ਰਹੇਗਾ। ਇੱਥੇ ਵੱਡੇ ਵੱਡੇ ਹਰਨਾਕਸ਼ ਵਰਗੇ, ਜਿਨ੍ਹਾਂ ਨੇ ਬਹੁਤ ਵਰਦੀ ਪ੍ਰਾਪਤ ਕਰ ਲਏ, ਪਰਮਾਤਮਾ ਨੂੰ ਪਾਸੇ ਕਰਕੇ ਆਪਣਾ ਨਾਮ ਜਪਾਉਣ ਦਾ ਯਤਨ ਕੀਤਾ, ਤਾਂ ਸਤਿਗੁਰੂ ਪਾਤਸ਼ਾਹ ਨੇ ਉਹਦੇ ਘਰੇ ਹੀ ਆਪਣਾ ਪੁੱਤਰ ਭੇਜ ਕੇ ਇਨਸਾਨ ਨੂੰ ਨਾ ਕੋਈ ਠੋਕਰ ਵੱਜਦੀ ਹੈ। ਭਾਵੇਂ ਪ੍ਰਹਿਲਾਦ ਜਦੋਂ ਮਾਤਾ ਦੇ ਗਰਭ 'ਚ ਸੀ, ਨਾਰਦ ਮੁਨੀ ਉਪਦੇਸ਼ ਦੇ ਗਿਆ ਸੀ ਉਹਦੀ ਮਾਤਾ ਨੂੰ ਕਿ ਤੂੰ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਜਪਿਆ ਕਰ। ਹੁਣ ਸਮਾਂ ਥੋੜਾ ਜਿਹਾ ਤਬਦੀਲ ਹੋ ਗਿਆ। ਪਹਿਲਾਂ ਇਹ ਗੱਲਾਂ ਆਮ ਘਰਾਂ 'ਚ ਅੱਜ ਤੋਂ 20-50 ਸਾਲ ਪਹਿਲਾਂ ਚੱਲਦੀਆਂ ਹੁੰਦੀਆਂ ਕਿ ਜਦੋਂ ਕਿਸੇ ਇਸਤਰੀ ਦੇ ਪੇਟ 'ਚ ਬੱਚੇ ਦੀ ਮੈਦਵਾਰੀ ਹੋ ਜਾਣੀ, ਉਹਨੂੰ ਚੰਗੀ ਖੁਰਾਕ ਦੇ ਨਾਲ ਤੇ ਉਹਨੂੰ ਸਿਆਣੀਆਂ ਬੀਬੀਆਂ ਨੇ ਸਮਝਾਉਣਾ ਕਿ ਭਾਈ ਹੁਣ ਵੱਧ ਤੋਂ ਵੱਧ ਤੂੰ ਸ਼ਾਂਤ ਰਿਹਾ ਕਰ,
ਤੇ ਉਸ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਸੁਣਿਆ ਕਰ, ਨਾਮ ਜਪਿਆ ਕਰ। ਇੱਥੋਂ ਤੱਕ ਵੀ ਹੁੰਦਾ ਕਿ ਜਦੋਂ ਬੱਚੇ ਦੀ ਪੈਦਾਇਸ਼ ਹੋਣ ਵਾਲੀ ਹੋ ਜਾਂਦੀ ਤੇ ਜਿੱਥੇ ਉਹ ਬੀਬੀ ਰਹਿੰਦੀ ਉਸ ਕਮਰੇ 'ਚ ਤਸਵੀਰਾਂ ਵੀ ਧਾਰਮਿਕ ਲਾਈਆਂ ਜਾਂਦੀਆਂ ਕਿ ਜਦੋਂ ਤਸਵੀਰ ਵੇਖੇਗੀ ਇਹਦੇ ਵਧੀਆ ਵਿਚਾਰ ਬਣਨਗੇ ਤੇ ਉਹੀ ਅਸਰ ਬੱਚਿਆਂ ਤੇ ਪਊਗਾ। ਅੱਜ ਜਿਹੜਾ ਸਮਾਂ ਉਹ ਹੋਰ ਪਾਸੇ ਨੂੰ ਚਲਿਆ ਗਿਆ, ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਥੋੜੀ ਜਿਹੀ ਲੋੜ ਆ, ਖਾਸ ਕਰਕੇ ਬੀਬੀਆਂ ਨੂੰ। ਪ੍ਰਹਲਾਦ ਜਦੋਂ ਮਾਤਾ ਦੇ ਗਰਭ 'ਚ ਸੀ, ਨਾਰਦ ਮੁਨੀ ਉਹਦੀ ਮਾਤਾ ਨੂੰ ਕਹਿ ਗਿਆ ਸੀ ਕਿ ਵੱਧ ਤੋਂ ਵੱਧ ਨਾਮ ਜਪਿਆ ਕਰ, ਚਾਹੇ ਪਰਮਾਤਮਾ ਦੇ ਭਗਤ ਨਹੀਂ ਆਉਣਾ ਸੀ। ਇੱਕ ਵਾਰ ਲਿਵ ਟੁੱਟ ਜਾਂਦੀ ਹੈ ਇਨਸਾਨ ਦੀ, ਜਦੋਂ ਆਪਾਂ ਮਾਤਾ ਦੇ ਗਰਭ 'ਚੋਂ ਸਾਡੀ ਪੈਦਾਇਸ਼ ਹੁੰਦੀ ਆ, ਇਹੀ ਕਾਰਨ ਹੁੰਦਾ ਬੱਚੇ ਦੇ ਰੋਣ ਦਾ। ਜਦੋਂ ਬੱਚਾ ਪੈਦਾ ਹੁੰਦਾ ਉਹਦੇ ਥੋੜਾ ਜਿਹਾ ਧੱਫਾ ਮਾਰਿਆ ਜਾਂਦਾ, ਫਿਰ ਉਹਦੀ ਲਿਵ ਅੰਦਰੋਂ ਟੁੱਟਦੀ ਤੇ ਬੱਚਾ ਰੋਂਦਾ। ਰੋਣ ਦਾ ਕਾਰਨ ਹੀ ਇਹ ਆ, ਉਦੋਂ ਉਹਦਾ ਆਪਦੇ ਮਾਲਕ ਨਾਲੋਂ ਵਿਛੋੜਾ ਪੈਂਦਾ ਹੁੰਦਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਪ੍ਰਹਲਾਦ ਦੀ ਵੀ ਟੁੱਟ ਗਈ ਸੀ ਲਿਵ। ਫਿਰ ਵਿਧੀ ਕੀ ਬਣੀ, ਇੱਕ ਦਿਨ ਕਹਿੰਦੇ 4-5 ਸਾਲ ਦੀ ਉਮਰ ਸੀ ਉਹਦੀ, ਤੇ ਉਹ ਲੰਘਿਆ ਜਾਵੇ ਰਸਤੇ 'ਚ, ਤੇ ਕੋਲੇ ਸੀ ਆ ਪ੍ਰਜਾਪਤਾਂ ਦਾ ਘਰ, ਜਿਹਨਾਂ ਨੂੰ ਆਪਾਂ ਘੁਮਿਆਰ ਕਹਿੰਦੇ ਆ, ਜਿਨ੍ਹਾਂ ਦਾ ਕੰਮ ਹੁੰਦਾ ਕੱਚੇ ਮਿੱਟੀ ਦੇ ਭਾਂਡੇ ਬਣਾ ਕੇ ਪਕਾ ਕੇ ਤੇ ਵੇਚਣੇ। ਇਹਨਾਂ ਦੇ ਘਰੋਂ ਰਾਮ ਰਾਮ ਦੀ ਆਵਾਜ਼ ਆਈ ਤੇ ਪ੍ਰਹਲਾਦ ਹੈਰਾਨ ਹੋ ਗਿਆ ਕਿ ਮੇਰੇ ਬਾਪ ਦਾ ਤਾਂ ਇੱਥੇ ਹੁਕਮ ਕੀਤਾ ਹੋਇਆ ਕਿ ਤੁਸੀਂ ਹਰਨਾਕਸ਼ ਨੂੰ ਜਪਣਾ। ਜੇ ਕੋਈ ਪਰਮਾਤਮਾ ਦਾ ਨਾਮ ਹੋਰ ਲੈ ਕੇ ਜਪੂਗਾ ਤਾਂ ਉਹਨੂੰ ਕਰੜੀ ਤੋਂ ਕਰੜੀ ਮੈਂ ਸਜ਼ਾ ਦੇ ਦੇਣੀ ਆ। ਲੋਕ ਡਰੇ ਹੋਏ ਸੀ, ਇੱਥੋਂ ਤੱਕ ਕਿਹਾ ਸੀ ਕਿ ਜਿਹੜਾ ਹਰਨਾਕਸ਼ ਨਾ ਜਪੂ ਜਾਂ ਹਰਨਾਕਸ਼ ਛੱਡ ਕੇ ਕੋਈ ਹੋਰ ਜਪੂਗਾ ਉਹਦੀ ਮੈਂ ਜੀਭ ਤੱਕ ਕੱਟ ਦੂੰ। ਜਦੋਂ ਪ੍ਰਹਲਾਦ ਹੁਣ ਖੇਡਦਾ ਗਿਆ ਤੇ ਉਸ ਘਰੋਂ ਆਵਾਜ਼ ਆਈ ਤੇ ਉਹ ਬੂਹਾ ਖੋਲ ਕੇ ਅੰਦਰ ਚਲਿਆ ਗਿਆ। ਜਾ ਕੇ ਹੁਣ ਹਰਨਾਕਸ਼ ਦਾ ਪੁੱਤਰ ਸੀ, ਉਹਨਾਂ ਨੂੰ ਸਤਿਕਾਰ ਕਰਨਾ ਹੀ ਪੈਣਾ। ਉਹ ਕਹਿੰਦੇ ਆਓ ਬੇਟਾ। ਉਹ ਕਹਿੰਦਾ ਜੀ ਮੈਂ ਤੁਹਾਡੇ ਨਾਲ ਕੋਈ ਸੁਣ ਕੇ ਆਇਆ, ਗੱਲ ਕਰਨੀ ਆ। ਉਹ ਕਹਿੰਦੇ ਦੱਸੋ। ਕਹਿੰਦਾ ਮੈਨੂੰ ਇਉਂ ਦੱਸੋ ਵੀ ਤੁਹਾਨੂੰ ਮੇਰੇ ਬਾਪੂ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਲੱਗਦਾ। ਕਹਿੰਦੇ ਫਿਰ ਤੁਸੀਂ ਰਾਮ ਰਾਮ ਜਪਦੇ ਹੋ? ਉਹਦਾ ਤਾਂ ਕਿਹਾ ਜੇ ਕੋਈ ਜਪੂ ਮੈਂ ਜੀਭ ਤੱਕ ਕੱਟ ਦੂੰ। ਉਹ ਕਹਿੰਦੇ ਪੁੱਤਰ ਤੇਰੇ ਬਾਪ ਤੋਂ ਵੀ ਡਰ ਲੱਗਦਾ, ਪਰ ਅੱਜ ਸਾਤੋਂ ਇੱਕ ਵੱਡਾ ਪਾਪ ਹੋਣ ਜਾ ਰਿਹਾ। ਉਹ ਪਾਪ ਤੋਂ ਤੇਰਾ ਬਾਪ ਨਹੀਂ ਬਚਾ ਸਕਦਾ, ਇਸ ਕਰਕੇ ਤੇਰੇ ਬਾਪ ਦਾ ਡਰ ਚੱਕਿਆ ਗਿਆ। ਉਹ ਪਾਪ ਦਾ ਡਰ ਸਤਾ ਰਿਹਾ, ਇਸ ਕਰਕੇ ਉਸ ਪਾਪ ਤੋਂ ਤਾਂ ਸਾਨੂੰ ਉਹ ਮਾਲਕ ਰਾਮ ਹੀ ਬਚਾ ਸਕਦਾ ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ। ਪ੍ਰਹਲਾਦ ਕਹਿੰਦਾ ਜੀ ਕੀ ਹੋ ਗਿਆ ਪਾਪ? ਉਹ ਕਹਿੰਦਾ ਅਸੀਂ ਬਾਹਰ ਕੱਚੇ ਭਾਂਡੇ ਪਕਾਏ ਹੋਏ ਸੀ, ਇੱਕ ਤੌੜੇ ਦੇ ਅੰਦਰ ਬਿੱਲੀ ਨੇ ਆਪਦੇ ਬਲੂੰਗੜੇ ਦਿੱਤੇ ਹੋਏ ਆ, ਸਾਨੂੰ ਨਹੀਂ ਲੱਗਿਆ ਪਤਾ। ਅਸੀਂ ਜਲਦੀ ਤੇ ਉਹ ਬਲੂੰਗੜਿਆਂ ਵਾਲਾ ਜਿਹੜਾ ਘੜਾ ਉਹ ਵੀ ਅੱਗ ਦੇ ਅੰਦਰ ਰੱਖਤਾ। ਆ ਹੁਣ ਬਿੱਲੀ ਆਪਦੇ ਬੱਚਿਆਂ ਨੂੰ ਭਾਲਦੀ ਫਿਰਦੀ ਆ ਤੇ ਰੋਂਦੀ ਫਿਰਦੀ ਆ। ਸਾਨੂੰ ਪਤਾ ਲੱਗ ਗਿਆ, ਅਸੀਂ ਉਸ ਰਾਮ ਦੇ ਅੰਦਰ ਅੱਗ ਦੇ ਦਿੱਤੀ ਗਈ ਆ ਵੀ ਨੂੰ ਪਹਿਲਾਂ ਕੱਢ ਵੀ ਨਹੀਂ ਸਕਦੇ। ਵੀ ਬੇਨਤੀਆਂ ਕਰਦੇ ਆ ਜਿਹਦੇ ਬੱਚੇ ਜਿਉਂਦੇ ਨਿਕਲ ਆਉਣ। ਪ੍ਰਹਲਾਦ ਨੂੰ ਇੰਟਰਸਟ ਜਿਹਾ ਬਣ ਗਿਆ, ਜਿਵੇਂ ਬਣ ਜਾਂਦਾ ਆਪਾਂ ਨੂੰ, ਕਿਉਂਕਿ ਬਹੁਤ ਵੱਡੀ ਇਹ ਗੱਲ ਸੀ। ਉਹਨਾਂ ਦਾ ਭਰੋਸਾ ਤੇ ਬੱਚਿਆਂ ਦਾ ਬਚਨ ਅੱਗ ਚੋਂ। ਉਹ ਕਹਿੰਦਾ ਜੀ ਵੀ ਕਦੋਂ ਕੱਢਣੇ ਆ ਭਾਂਡੇ? ਕਹਿੰਦੇ ਜੀ ਪਰਸੋਂ ਨੂੰ ਕੱਢਾਂਗੇ ਸ਼ਾਮ ਨੂੰ। ਤੇ ਜਦੋਂ ਭਾਂਡੇ ਕੱਢਣ ਦਾ ਸਮਾਂ ਹੋਇਆ ਪ੍ਰਹਲਾਦ ਵੀ ਆਇਆ ਤੇ ਜਦੋਂ ਘੜਾ ਚੁੱਕਿਆ ਤਾਂ ਉਹਦੇ ਚ ਸਹੀ ਸਲਾਮਤ ਉਹ ਬਿੱਲੀ ਦੇ ਬਲੂੰਗੜੇ ਨਿਕਲ ਆਏ। ਵਿਧੀ ਬਣਨੀ ਸੀ। ਇਹ ਪ੍ਰਹਲਾਦ ਦੇ ਮਨ ਦੇ ਅੰਦਰ ਵਿਚਾਰ ਬਣ ਗਈ ਕਿ ਮੇਰਾ ਬਾਪੂ ਤਾਂ ਰੱਬ ਹੋ ਨਹੀਂ ਸਕਦਾ, ਮੇਰਾ ਬਾਪੂ ਤਾਂ ਸ਼ਰਾਬ ਵੀ ਪੀਂਦਾ, ਮੇਰਾ ਬਾਪੂ ਤਾਂ ਲੋਕਾਂ ਨੂੰ ਤੰਗ ਵੀ ਕਰਦਾ, ਉਹ ਤਾਂ ਏਡੀ ਤਾਕਤ ਨਹੀਂ ਰੱਖਦਾ ਕਿ ਕਿਸੇ ਨੂੰ ਅੱਗ ਦੇ ਅੰਦਰ ਬਚਾ ਲੇ। ਪਰਮਾਤਮਾ ਤਾਂ ਕੋਈ ਹੋਰ ਆ। ਫੇਰ ਉਹਨੇ ਰਾਮ ਰਾਮ ਜਪਣਾ ਸ਼ੁਰੂ ਕੀਤਾ ਤੇ ਫੇਰ ਹਰਨਾਕਸ਼ ਨੇ ਉਹਨੂੰ ਬੜਾ ਸਜ਼ਾਵਾਂ ਦਿੱਤੀਆਂ ਤੇ ਅਖੀਰ ਉਹਦਾ ਨਾਸ ਹੋਇਆ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ।
ਹੁਣ ਇੱਥੇ ਵੀ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਪੁੰਨ ਦਾਨ ਆਦਿਕ ਜਿਹੜੇ ਸ਼ੁਭ ਕਰਮ ਨੇ, ਇਹਨਾਂ ਦਾ ਪ੍ਰਤਾਪ ਦੁਨੀਆ ਦੇ ਅੰਦਰ ਸਦਾ ਹੀ ਵੱਧਦਾ ਰਹੇਗਾ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਧਰਮ ਦੀ ਜੈਕਾਰ ਦੀ ਧੁਨੀ, ਇੱਥੇ ਬੜੇ ਯਤਨ ਕੀਤੇ ਗਏ ਪ੍ਰਮਾਤਮਾ ਦਾ ਨਾਮ ਰੋਕਣ ਨੂੰ ਸ਼ੁਰੂ ਤੋਂ ਲੈ ਕੇ, ਪਰ ਅੱਜ ਵੀ ਮਾਲਕ ਦੇ ਨਾਮ ਦੀ ਧੁਨੀ ਸੰਸਾਰ 'ਚ ਗੂੰਜਦੀ ਹੈ। ਕਹਿੰਦੇ ਚਾਰੇ ਪਾਸੇ ਇਹ ਧਰਮ ਦੇ ਜੈਕਾਰਿਆਂ ਦੀਆਂ ਆਵਾਜ਼ਾਂ ਗੂੰਜਣਗੀਆਂ, ਜਿਨ੍ਹਾਂ ਨਾਲ ਹੋਵੇਗਾ ਕਿ ਪਾਪਾਂ ਦੇ ਜਿਹੜੇ ਸਮੂਹ ਦਲ ਆ ਉਹ ਨਾਸ ਹੋ ਜਾਣਗੇ। ਤੇ ਅਖੀਰ ਫਿਰ ਸਮਝਾ ਰਹੇ ਆ ਅਖੀਰਲੀ ਪੰਕਤੀ 'ਚ, ਕਹਿੰਦੇ ਸਾਧ ਸਮੂਹ ਪ੍ਰਸੰਨ ਫਿਰੇ ਜਗ, ਸੱਤਰ ਸਵੈ ਅਵਲੋਕ 'ਚ ਪੈਂਗੇ। ਕਹਿੰਦੇ ਇਸ ਸੰਸਾਰ ਦੇ ਅੰਦਰ ਬੰਦਗੀ ਕਰਨ ਵਾਲੇ, ਪ੍ਰਮਾਤਮਾ ਦੀ ਸੇਵਾ ਸਿਮਰਨ ਕਰਨ ਵਾਲੇ ਜਿਹੜੇ ਸਾਧੂ ਭਲੇ ਪੁਰਸ਼ ਨੇ, ਉਹ ਸੰਸਾਰ ਦੇ ਅੰਦਰ ਪ੍ਰਸੰਨਤਾ ਦੇ ਨਾਲ ਫਿਰਨਗੇ, ਕਿਉਂਕਿ ਉਹਨਾਂ ਦੇ ਮਨ ਨੂੰ ਖੁਸ਼ੀ ਰਹੇਗੀ ਤੇ ਖੁਸ਼ ਫਿਰਨਗੇ। ਤੇ ਜਿਹੜੇ ਮੰਦੇ ਆਦਮੀ ਆ, ਦੁਸ਼ਮਣ ਆ, ਧਰਮੀ ਬੰਦਿਆਂ ਦੇ ਦੁਸ਼ਮਣ ਆ, ਉਹ ਖਿੱਚਦੇ ਤਾਂ ਰਹਿਣਗੇ ਪਰ ਕਰ ਨਹੀਂ ਕੁਝ ਸਕਣਗੇ, ਕਿਉਂਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਕਹਿੰਦੇ ਉਹ ਖਿੱਚਦੇ ਤਾਂ ਰਹਿਣਗੇ, ਆਪਣੇ ਆਪ ਨੂੰ ਧਰਮੀ ਬੰਦਿਆਂ ਦੇ ਸਾਹਮਣੇ ਹੌਲੇ ਪੈਂਦੇ ਵੇਖ ਕੇ ਦੁਖੀ ਹੁੰਦੇ ਰਹਿਣਗੇ। ਤੇ ਇਹ ਕਲਗੀਧਰ ਪਾਤਸ਼ਾਹ ਨੇ 5 ਔਰ 6 7ਵੇਂ ਸਵਈਏ ਦੇ ਅੰਦਰ ਜਿਹੜਾ ਆਪਾਂ ਨਿਤਨੇਮ ਦੀਆਂ ਬਾਣੀਆਂ 'ਚ ਪੜ੍ਹਦੇ ਆ, ਇਹ ਆਪਾਂ ਨੂੰ ਗਿਆਨ ਦਿੱਤਾ, ਕਿਉਂਕਿ ਸਾਰੇ ਹਰੇਕ ਸ਼ਬਦ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਆਪਾਂ ਨੂੰ ਸਮਝਾਇਆ ਕਿ ਸਾਰਾ ਕੁਝ ਭਾਵੇਂ ਇਨਸਾਨ ਕੋਲੇ ਹੋਵੇ, ਵੱਡੇ ਵੱਡੇ ਮਹਿਲ ਮਾੜੀਆਂ, ਬਗੀਚੇ, ਬੰਗਲੇ, ਰਾਜ ਭਾਗ, ਸਾਰਾ ਕੁਝ ਹੋਵੇ, ਪਰ ਜੇ ਉਹ ਮਾਲਕ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਤੇ ਉਹਦਾ ਸਾਰਾ ਕੁਝ ਨਿਸਫਲ ਚਲਿਆ ਜਾਂਦਾ। ਬਾਕੀ 3 ਸਵਈਆਂ ਦੀ ਵਿਚਾਰ ਆਪਾਂ ਕੱਲ ਨੂੰ ਕਰ ਲਾਂਗੇ। ਆ ਫਿਰ ਨਾਲ ਦੀ ਨਾਲ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਨ ਦੇ ਲਈ ਤੇ ਆਪਣੇ ਆਪ ਨੂੰ ਵਰਤਮਾਨ ਦੇ ਅੰਦਰ ਰੱਖਣ ਲਈ ਆਪਦੀ ਸੁਰਤੀ ਨੂੰ ਸਾਸ ਗਰਾਸ ਵਿਧੀ ਦੁਆਰਾ ਆਪਾਂ ਸਿਮਰਨ ਕਰੀਏ, ਜਿਹਦੇ ਨਾਲ ਦੇਖੋ ਸਵਾਸ ਅੰਦਰ ਜਾ ਕੇ ਬਾਹਰ ਆਉਣ ਤੱਕ ਜੇ ਅਸੀਂ ਕੋਈ ਦੁਨੀਆ ਦਾ ਵਿਚਾਰ ਨਹੀਂ ਬਣਨ ਦਿੱਤਾ, ਇਸ ਆਵਾਜ਼ ਨਾਲ ਆਪਦੀ ਧਿਆਨ ਨੂੰ ਜੋੜ ਕੇ ਰੱਖ ਲਿਆ, ਤਾਂ ਸਾਡਾ ਸਵਾਸ ਜਮਾ ਹੋ ਗਿਆ। ਆ ਸਾਹਮਣੇ ਖਾਲੀ ਖਲਾ ਦੇ ਵਿੱਚੋਂ ਸਾਨੂੰ ਸਵਾਸ ਮਾਲਕ ਦੇ ਰਿਹਾ, ਸਾਡੇ ਮੁਖ 'ਚ ਗਰਾਹੀ ਪਾ ਰਿਹਾ ਸਵਾਸਾਂ ਦੀ, ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗਰਾਹਾ ਹੈ। ਉਹਨੇ ਸਾਡੇ ਮੁਖ 'ਚ ਸਵਾਸ ਪਾਤਾ, ਅਸੀਂ ਸਵਾਸ ਅੰਦਰ ਲੈ ਗਏ, ਬਾਹਰ ਆਉਣ ਤੱਕ ਜੇ ਕੋਈ ਵਿਚਾਰ ਨਹੀਂ ਲੈਂਦੇ ਤਾਂ ਅਸੀਂ ਇਹ ਜਮਾ ਕਰਾਤਾ ਮਾਲਕ ਦੇ ਖਜ਼ਾਨੇ। ਤੇ ਇਹਨਾਂ ਦੇ ਨਾਲ ਹੀ ਫਿਰ ਮਾਲਕ ਦੀ ਕਿਰਪਾ ਹੁੰਦੀ ਆ। ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣ ਹਾਰਾ, ਉਹ ਵੇਖ ਰਿਹਾ ਕਿ ਜਿਹੜੇ ਮੈਂ ਸਵਾਸ ਦਿੱਤੇ ਆ ਇਹ ਕਿੱਥੇ ਖਰਚ ਕਰ ਰਹੇ ਆ, ਤੇ ਜਿਉਂ-ਜਿਉਂ ਸਵਾਸ ਆਪਾਂ ਜਮਾ ਕਰਾਉਂਦੇ ਚੱਲਾਂਗੇ ਤੇ ਮਾਲਕ ਫਿਰ ਕਿਰਪਾ ਕਰਨਗੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਿਤਨੇਮ ਦੀਆਂ ਬਾਣੀਆਂ ਦੀ ਚੱਲ ਰਹੀ ਹੈ ਵਿਚਾਰ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਈ ਬਾਣੀ ਸਵਈਏ ਅਕਾਲ ਉਸਤਤ ਦੇ ਵਿੱਚੋਂ ਉਹਨਾਂ ਦੀ ਚੱਲ ਰਹੀ ਹੈ ਵਿਚਾਰ। ਕੱਲ ਆਪਾਂ ਇਹ 10 ਸਵਈਏ ਹਨ ਜਿਹੜੇ ਅੰਮ੍ਰਿਤ ਸਵਈਏ ਵੀ ਜਿਹਨੂੰ ਆਪਾਂ ਕਹਿੰਦੇ ਆ, ਜਦੋਂ ਅੰਮ੍ਰਿਤ ਪਾਨ ਤਿਆਰ ਕੀਤਾ ਜਾਂਦਾ ਉਦੋਂ ਵੀ ਇਹ ਬਾਣੀਆਂ ਪੜ੍ਹੀਆਂ ਜਾਂਦੀਆਂ ਤੇ ਨਿਤਨੇਮ ਦੇ ਅੰਦਰ ਵੀ ਸਾਨੂੰ ਹੁਕਮ। ਕੱਲ ਆਪਾਂ 7 ਸਵਈਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਹੁਣ ਅਗਲੀ ਵਿਚਾਰ ਆਰੰਭ ਕਰਦੇ ਹਾਂ 8ਵੇਂ ਤੋਂ। ਪਾਤਸ਼ਾਹ ਸਮਝਾ ਰਹੇ ਹਨ, ਕਹਿੰਦੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤਰਲੋਕੋ ਰਾਜ ਕਰੇਂਗੇ। ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆਪਾਂ ਨੂੰ, ਮਾਨਵ ਕਹਿੰਦੇ ਨੇ ਮਨੁੱਖਾਂ ਨੂੰ,
ਇੰਦਰ ਕਹਿੰਦੇ ਨੇ ਰਾਜੇ ਨੂੰ ਤੇ ਗਜਿੰਦਰ ਕਹਿੰਦੇ ਨੇ ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਹਾਥੀਆਂ ਨੂੰ ਨਰਾਤਪ। ਤੇ ਗਜਿੰਦਰ ਕਹਿੰਦੇ ਆ ਵੱਡੇ ਵੱਡੇ ਹਾਥੀਆਂ ਨੂੰ, ਨਰਾਤਪ ਕਹਿੰਦੇ ਨੇ ਜਿਹੜੇ ਮਨੁੱਖਾਂ ਦੇ ਰਾਜੇ ਨੇ, ਤਰਲੋਕ ਕਹਿੰਦੇ ਨੇ ਤਿੰਨਾਂ ਲੋਕਾਂ ਨੂੰ। ਹੁਣ ਕਲਗੀਧਰ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਆ, ਜਿਹੜੇ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਹੋਣ, ਭਾਵ ਇੰਨੀ ਉਹਨਾਂ 'ਚ ਪਾਵਰ ਹੋਵੇ, ਤਿੰਨੇ ਲੋਕਾਂ ਦੇ, ਤਰਲੋਕੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਰਾਜ ਕਰਦੇ ਹੋਣ। ਇੱਥੇ ਜਪਜੀ ਸਾਹਿਬ ਦੀ ਬਾਣੀ ਅੰਦਰ ਵੀ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਕਿ ਇਨਸਾਨ ਭਾਵੇਂ ਨਵਾਂ ਖੰਡਾਂ ਵਿੱਚ ਜਾਣੀਏ, ਮਹਾਰਾਜ ਜੀ ਕਹਿੰਦੇ ਭਾਵੇਂ ਕਿਸੇ ਇਨਸਾਨ ਨੂੰ ਨਵਾਂ ਖੰਡਾਂ ਦੇ ਅੰਦਰ ਲੋਕ ਜਾਣਦੇ ਹੋਣ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਤੇ ਚਾਰਾਂ ਜੁਗਾਂ ਤੋਂ ਛੱਡ ਕੇ 40 ਜੁਗਾਂ ਦੀ ਉਮਰ ਕਰ ਲਵੇ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। 40 ਜੁਗਾਂ ਦੀ ਉਮਰ ਹੋ ਜੇ, ਨਵਾਂ ਖੰਡਾਂ ਦੇ ਅੰਦਰ ਸੋਭਾ ਹੋਵੇ। 9 ਖੰਡ ਦੱਸੇ ਗਏ ਨੇ ਗੁਰਬਾਣੀ, 7 ਖੰਡ 7 ਦਿਨਾਂ ਦੇ ਨਾਂ ਤੇ ਹੈ, ਤੇ 8ਵਾਂ ਧਰਤੀ ਤੇ 9ਵਾਂ ਆਪਣੇ ਸਰੀਰ ਨੂੰ ਕਿਹਾ ਗਿਆ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਭਾਵੇਂ ਇੰਨਾ ਕੁਝ ਹੋਵੇ ਤੇ ਜੇ ਪ੍ਰਮਾਤਮਾ ਦੀ ਨਜ਼ਰ ਦਾ ਪਾਤਰ ਨਹੀਂ ਬਣਿਆ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਸੰਸਾਰ 'ਚ ਜਾਣ ਤੋਂ ਬਾਅਦ ਕੋਈ ਬਾਤ ਨਹੀਂ ਪੁੱਛੇਗਾ। ਇੱਥੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾ ਰਹੇ ਆ, ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤਰਲੋਕੋ ਰਾਜ ਕਰੇਂਗੇ। ਜਿਹੜੇ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਹੋਣ, ਤਿੰਨਾਂ ਲੋਕਾਂ ਭਾਵੇਂ ਸਾਰੀ ਸ੍ਰਿਸ਼ਟੀ ਤੇ ਰਾਜ ਕਰਦੇ ਹੋਣ, ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੰਗੇ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਕਹਿੰਦੇ ਕਰੋੜਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹੋਣ, ਤੇ ਉੱਥੇ ਹਾਥੀ ਆਦਿਕ, ਗਊਆਂ ਆਦਿਕ ਜਿਹੜੇ ਬ੍ਰਾਹਮਣ ਲੋਕ ਨੇ ਉਹਨਾਂ ਨੂੰ ਦਾਨ ਕਰਦੇ ਹੋਣ, ਤੇ ਇੰਨੀ ਤਾਕਤ ਹੋਵੇ, ਰਾਜੇ ਹੋਣ, ਸਵੰਬਰ ਅਨੇਕ ਸਵੰਬਰ ਸਾਜ ਬਰੰਗੇ। ਪਹਿਲੇ ਸਮਿਆਂ ਦੇ ਅੰਦਰ ਜਿਹੜੇ ਰਾਜੇ ਮਹਾਰਾਜੇ ਹੁੰਦੇ, ਉਹਨਾਂ ਦੇ ਜ਼ਿਆਦਾਤਰ ਲੜਕੀਆਂ ਦੇ ਵਿਆਹ ਹੁੰਦੇ ਸਵੰਬਰ ਰਚਿਆ ਜਾਂਦਾ, ਤੇ ਉੱਥੇ ਸਾਰੇ ਰਾਜੇ ਮਹਾਰਾਜੇ ਇਕੱਠੇ ਹੁੰਦੇ, ਤੇ ਲੜਕੀ ਫਿਰ ਆਪਦੀ ਮਰਜ਼ੀ ਦੇ ਨਾਲ ਜਿਹੜਾ ਉਹਨੂੰ ਅੱਛਾ ਲੱਗਦਾ ਵਰ ਉਹਨੂੰ ਚੁਣਦੀ। ਇਹਨੂੰ ਕਹਿੰਦੇ ਆ ਸਵੰਬਰ। ਹੁਣ ਪਾਤਸ਼ਾਹ ਇੱਥੇ ਸਮਝਾ ਰਹੇ ਆ, ਕਹਿੰਦੇ ਭਾਵੇਂ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਕੇ ਆਵੇ, ਚੰਗਾ ਹੈ ਤੀਰਥਾਂ ਤੇ ਜਾਣਾ, ਜੇ ਤੀਰਥ ਦੀ ਪਰਿਭਾਸ਼ਾ ਦਾ ਸਾਨੂੰ ਗਿਆਨ ਹੋਵੇ। ਜੇ ਇਹ ਬਾਹਰੀ ਤੀਰਥਾਂ ਤੇ ਜਾ ਕੇ ਅਸੀਂ ਧਰਮ ਦਾ ਗਿਆਨ ਲੈ ਕੇ ਉਸ ਤੀਰਥ ਦੀ ਤਲਾਸ਼ ਕਰ ਲਈਏ ਜੋ ਸਾਡੀ ਕਾਇਆ ਦੇ ਅੰਦਰ, ਗੁਰਬਾਣੀ ਅੰਦਰ ਆਤਮ ਤੀਰਥ ਦੱਸਿਆ ਗਿਆ। ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ। ਜੇ ਅਸੀਂ ਇਸ ਚੀਜ਼ ਤੋਂ ਪਰੇ ਚਲੇ ਜਾਂਦੇ ਹਾਂ ਤੇ ਇੱਥੇ ਤੱਕ ਸੀਮਤ ਰਹਿ ਗਏ ਕਿ ਨਾਗਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਭਉ ਚੜੀਐਸ ਥੋਰ। ਇਹ ਤੀਰਥਾਂ ਤੇ ਜਾ ਕੇ ਸਾਡੇ ਮਨ ਦੇ ਅੰਦਰ ਕੋਈ ਤਬਦੀਲੀ ਨਾ ਆਈ। ਜਿਵੇਂ ਭਗਤ ਕਬੀਰ ਜੀ ਦੇ ਜੀਵਨ ਦੀ ਇੱਕ ਕਹਾਣੀ ਆ। ਭਗਤ ਜੀ ਬੈਠੇ, ਉਹਦੇ ਕੋਲੇ ਕੁਝ ਇੱਕ ਸੰਗਤ ਦਾ ਜੱਥਾ ਆਇਆ
ਤੇ ਉਹ ਕਹਿੰਦੇ ਜੀ ਅਸੀਂ ਤੀਰਥ ਯਾਤਰਾ ਕਰ ਰਹੇ ਹਾਂ। ਭਗਤ ਕਬੀਰ ਦਾ ਇੱਕ ਚੇਲਾ ਸੀ, ਉਹਨੇ ਬੇਨਤੀ ਕੀਤੀ, ਕਹਿੰਦਾ ਜੀ ਮੇਰਾ ਵੀ ਤੀਰਥਾਂ ਤੇ ਜਾਣ ਨੂੰ ਜੀ ਕਰਦਾ। ਭਗਤ ਜੀ ਕਹਿੰਦੇ ਭਾਈ ਤੂੰ ਵੀ ਜਾਇਆ। ਉਹਨਾਂ ਨੇ ਤੁਰਨ ਲੱਗੇ ਨੂੰ ਇੱਕ ਲੌਕੀ ਫੜਾਤੀ ਕੌੜ ਤੁੰਮਾ। ਕਹਿੰਦੇ ਇਉਂ ਕਰੀ, ਜਿੰਨੇ ਤੀਰਥਾਂ ਤੇ ਤੂੰ ਇਸ਼ਨਾਨ ਕਰੇਂਗਾ ਉਹਨੇ ਤੀਰਥਾਂ ਤੇ ਇਹਦਾ ਵੀ ਇਸ਼ਨਾਨ ਕਰਾ ਕੇ ਲਿਆਈ। ਉਹ ਗਿਆ, ਸਮੇਂ ਬਾਅਦ ਵਾਪਸ ਮੁੜਿਆ ਆਇਆ ਸਮੇਤ ਸੰਗਤ ਦੇ ਜੱਥੇ ਦੇ। ਭਗਤ ਜੀ ਕਹਿੰਦੇ ਭਾਈ ਆ ਗਏ? ਕਹਿੰਦਾ ਹਾਂਜੀ। ਕਹਿੰਦੇ ਉਹ ਜਿਹੜੀ ਤੈਨੂੰ ਅਸੀਂ ਲੌਕੀ ਫੜਾਈ ਸੀ, ਤੁੰਮੀ ਫੜਾਈ ਸੀ, ਉਹਦਾ ਵੀ ਇਸ਼ਨਾਨ ਕਰਾਇਆ? ਉਹ ਕਹਿੰਦਾ ਜੀ ਮੈਂ ਤਾਂ ਇੱਕ ਟੁੱਬੀ ਲਾਉਂਦਾ ਹੁੰਦਾ ਸੀ, ਇਹਦੀਆਂ ਤਾਂ ਮੈਂ 5 ਲਵਾਈਆਂ। ਕਹਿੰਦੇ 7 ਵਚਨ। ਕਹਿੰਦੇ ਹੁਣ ਇਉਂ ਕਰ, ਇਹਨੂੰ ਕੱਟ ਕੇ ਇਹਦਾ ਪ੍ਰਸ਼ਾਦ ਵੰਡ ਦੇ ਸਾਰੇ ਜੱਥੇ ਨੂੰ। ਉਹਨੇ ਕੱਟ ਕੇ ਜਦੋਂ ਪ੍ਰਸ਼ਾਦ ਰੂਪ 'ਚ ਵੰਡੀ, ਹੁਣ ਉਹਦਾ ਸੁਭਾਅ ਕੌੜਾ, ਜਿਹੜਾ ਖਾਵੇ ਉਹ ਤੋਂ ਖਾਧੀ ਨਾ ਜਾਵੇ। ਉਹ ਭਗਤ ਕਬੀਰ ਜੀ ਨੂੰ ਕਹਿੰਦੇ ਜੀ ਇਹ ਕੀ ਸਮਝਾਉਣਾ ਚਾਹੁੰਦੇ ਹੋ ਸਾਨੂੰ? ਭਗਤ ਜੀ ਕਹਿੰਦੇ ਲੌਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਕਹਿੰਦੇ ਆ ਤੁਸੀਂ ਇਹਨੂੰ ਸਾਰੇ ਤੀਰਥਾਂ ਤੇ ਇਸ਼ਨਾਨ ਕਰਾ ਕੇ ਲਿਆਏ ਹੋ, ਪਰ ਇਹਦੀ ਕੜੱਤਣ ਨਹੀਂ ਗਈ। ਇਹਨੇ ਆਪਣਾ ਕੜੱਤਣ ਵਾਲਾ ਸੁਭਾਅ ਨਹੀਂ ਛੱਡਿਆ। ਜੇ ਤਾਂ ਤੁਹਾਡਾ ਵੀ ਇਹਦੇ ਵਾਲਾ ਹਾਲ ਹੀ ਆ, ਫੇਰ ਤਾਂ ਕੋਈ ਬਹੁਤਾ ਲਾਭ ਨਹੀਂ। ਜੇ ਤੁਸੀਂ ਇਹ ਬਾਹਰੀ ਤੀਰਥਾਂ ਤੇ ਜਾ ਕੇ ਆਪਦੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ, ਧਰਮ ਦਾ ਗਿਆਨ ਲੈ ਕੇ ਕੁਝ ਨਾ ਕੁਝ ਆਪਦੇ ਜੀਵਨ ਦੇ ਅੰਦਰ ਤਬਦੀਲੀ ਲਿਆਂਦੀ, ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕੀਤਾ, ਅੱਛੇ ਕਰਮ ਕਰਨ ਦਾ ਯਤਨ ਕੀਤਾ, ਫੇਰ ਤਾਂ ਠੀਕ ਆ। ਤੇ ਨਹੀਂ ਤਾਂ ਫਿਰ ਤੁਹਾਡਾ ਹਾਲ ਵੀ ਇਹ ਲੌਕੀ ਵਰਗਾ ਹੀ ਆ, ਕੌੜ ਤੁੰਮੀ ਵਰਗਾ ਹੀ ਆ। ਲੌਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। 68 ਕਹਿੰਦੇ ਨੇ 68 ਤੀਰਥਾਂ ਨੂੰ। ਇਹ ਭਾਰਤ ਦੀ ਧਰਤੀ ਤੇ 68 ਤੀਰਥਾਂ ਦੀ ਮਹਾਨਤਾ ਗੁਰਬਾਣੀ 'ਚ ਲਿਖਤਾ 8 ਸੱਚ, 8 ਜਮਾ 60, 68 ਤੀਰਥ। ਕਹਿੰਦੇ ਭਾਵੇਂ 68 ਤੀਰਥਾਂ ਤੇ ਨਹਾਈ ਜਾਓ, ਕੋਈ ਬਹੁਤਾ ਲਾਭ ਹੋਣ ਵਾਲਾ ਨਹੀਂ। ਇੱਥੇ ਵੀ ਹੁਣ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਕੋਟ ਇਸ਼ਨਾਨਕ, ਕੋਟ ਇਸ਼ਨਾਨ ਵਿਜ਼ਾਦਕ ਦਾਨ, ਅਨੇਕ ਸੋਮਬਰ ਸਾਜ ਬਰੰਗੇ। ਇਨਸਾਨ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰੇ, ਉੱਥੇ ਆਪਦੀ ਬਿਤ ਅਨੁਸਾਰ ਹਾਥੀ ਆਦਿਕ ਦਾਨ ਕਰੇ। ਤੇ ਵੱਡੇ ਵੱਡੇ ਰਾਜੇ ਜਿਹੜੇ ਸੁੰਬਰ ਰੱਖ ਕੇ ਆਪਣੀਆਂ ਇਸਤਰੀਆਂ ਦੀ ਚੋਣ ਕਰਦੇ ਹੋਣ, ਤੇ ਅੱਗੇ ਮਹਾਰਾਜ ਸਮਝਾ ਰਹੇ ਆ, ਕਹਿੰਦੇ ਇੱਥੇ ਹੀ ਬਸ ਨਹੀਂ ਹੈ। ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ, ਅੰਤ ਫਤੇ ਜਮ ਫਾਸ ਕਰੇਂਗੇ। ਕਹਿੰਦੇ ਇਹਨਾਂ ਵੱਡੇ ਵੱਡੇ ਰਾਜਿਆਂ ਤੋਂ ਇਲਾਵਾ ਬ੍ਰਹਮਾ ਵਰਗੇ, ਸ਼ਿਵ ਜੀ ਵਰਗੇ, ਵਿਸ਼ਨੂੰ ਵਰਗੇ ਤੇ ਦੇਵਤਿਆਂ ਦੇ ਰਾਜੇ ਇੰਦਰ ਵਰਗੇ ਅੰਤ ਨੂੰ ਇਹ ਵੀ ਜਮਾਂ ਦੀ ਫਾਹੀ 'ਚ ਫਸਦੇ ਨੇ। ਕਿਉਂਕਿ ਗੁਰੂ ਨਾਨਕ ਦੇ ਘਰ ਨੇ ਮਾਨਸ ਦਾ ਜਿਹੜਾ ਜਨਮ ਹੈ ਇਹਨੂੰ ਸਾਰਿਆਂ ਤੋਂ ਉੱਤਮ ਕਿਹਾ। ਤੇ 184 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗਿਆਨ ਦਿੱਤਾ ਕਿ ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਆ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਕਿਉਂ? ਕਿਉਂਕਿ ਉਹ ਤਾਂ 33 ਕਰੋੜ ਦੇਵੀ ਦੇਵਤਾ ਮੰਨਦੇ ਆ, ਪਰ 3 ਵੱਡੇ ਮੰਨੇ ਗਏ ਆ ਜਿਨ੍ਹਾਂ ਨੂੰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦਾ ਨਾਂ ਦਿੱਤਾ ਜਾਂਦਾ। ਉਹ ਵੀ ਉਸ ਮਾਲਕ ਨੂੰ ਵੇਖ ਨਹੀਂ ਸਕਦੇ। ਜਪਜੀ ਸਾਹਿਬ ਦੀ ਬਾਣੀ 'ਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਏਕਾ ਮਾਈ ਜੁਗਤ ਬਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹਨਾਂ ਨਜ਼ਰ ਨ ਆਵੈ, ਬਹੁਤਾ ਇਹੋ ਵਡਾਨ।
ਕਿ ਉਹ ਵੱਡੇ ਤਿੰਨ ਦੇਵਤਿਆਂ ਨੂੰ ਵੀ ਪ੍ਰਮਾਤਮਾ ਦਿਸਦਾ ਨਹੀਂ। ਇਸ ਕਰਕੇ ਉਹ ਵੀ ਕਾਲ ਦੇ ਦਾਇਰੇ ਦੇ ਅੰਦਰ ਹੀ ਹੈ। ਵੱਡੇ ਵੱਡੇ ਰਾਜਿਆਂ ਤੋਂ ਇਲਾਵਾ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਤੇ ਦੇਵਤਿਆਂ ਦਾ ਰਾਜਾ ਇੰਦਰ, ਪਾਤਸ਼ਾਹ ਕਹਿੰਦੇ ਇਹ ਵੀ ਅੰਤ ਨੂੰ ਜਮਾਂ ਦੀ ਫਾਹੀ ਦੇ ਅੰਦਰ ਫਸ ਜਾਂਦੇ ਆ। ਅਖੀਰ ਫਿਰ ਕੀ ਸਮਝਾਇਆ? ਕਹਿੰਦੇ ਜੇ ਨਰ ਸਿਰੀ ਪ੍ਰਤ ਕੇ ਪ੍ਰਤ ਹੈ ਪੱਗ, ਤੇ ਨਰ ਫਿਰਨਾ ਦੇਹ ਧਰੰਗੇ। ਕਹਿੰਦੇ ਜਿਨ੍ਹਾਂ ਨੇ ਮਾਨਸ ਜੰਮੇ ਦੇ ਅੰਦਰ ਆ ਕੇ ਆਪਣੇ ਪਤੀ ਪ੍ਰਭੂ ਦੇ ਚਰਨਾਂ ਦੀ ਸੇਵਾ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਦੀ ਸੇਵਾ ਸਿਮਰਨ ਕਰਕੇ ਉਹਦੇ ਚਰਨਾਂ ਦੇ ਨਾਲ ਜੁੜਨਾ ਸਿੱਖ ਲਿਆ, ਤੇ ਨਰ ਫਿਰਨਾ ਦੇਹ ਧਰੰਗੇ। ਉਹ ਜੀਵ ਦੁਆਰੇ ਜੰਮਣ ਮਰਨ ਦੇ ਚੱਕਰ ਚ ਨਹੀਂ ਆਉਣਗੇ, ਉਹ ਮੁਕਤੀ ਦੇ ਪਦ ਨੂੰ ਪ੍ਰਾਪਤ ਹੋ ਜਾਣਗੇ। ਇਸੇ ਕਰਕੇ ਆਪਾਂ ਨੂੰ ਬਾਣੀ ਅੰਦਰ ਸਮਝਾਇਆ ਗਿਆ ਕਿ ਅਕਾਲ ਪੁਰਖ ਦੇ ਚਰਨ। ਕਈ ਵਾਰ ਇੱਥੇ ਸਵਾਲ ਖੜੇ ਹੋ ਜਾਂਦੇ ਆ ਕਿ ਸਾਡਾ ਤਾਂ ਜਿਹੜਾ ਮਾਲਕ ਹੈ ਪਰਮਾਤਮਾ ਉਹ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਫਿਰ ਜਿਹਦਾ ਕੋਈ ਆਕਾਰ ਨਹੀਂ ਹੈ ਉਹਦੇ ਚਰਨ ਕੀ ਨੇ? ਇਹ ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਾਂਗੇ, ਵਾਹਿਗੁਰੂ ਦੀ ਨਜ਼ਰ ਹੋਵੇਗੀ, ਸਾਡੇ ਅੰਦਰ ਇੱਕ ਆਵਾਜ਼ ਪ੍ਰਗਟ ਹੋਵੇਗੀ ਜਿਹਨੂੰ ਗੁਰਬਾਣੀ ਅੰਦਰ ਸਤਿਨਾਮ ਦਾ ਨਾਮ ਦਿੱਤਾ ਗਿਆ, ਸੱਚੇ ਨਾਮ ਦਾ ਨਾਮ ਦਿੱਤਾ ਗਿਆ, ਸ਼ਬਦ ਦਾ ਨਾਮ ਦਿੱਤਾ ਗਿਆ, ਨਾਦ ਦਾ ਨਾਮ ਦਿੱਤਾ ਗਿਆ। ਜਦੋਂ ਉਹ ਸਾਡੇ ਮਨ ਨੂੰ ਸੁਣਨੀ ਸ਼ੁਰੂ ਹੋ ਗਈ, ਉਸ ਆਵਾਜ਼ ਨੂੰ ਕਹਿੰਦੇ ਨੇ ਅਕਾਲ ਪੁਰਖ ਦੇ ਚਰਨ। ਤੇ ਉਹ ਜਿਹੜੀ ਆਵਾਜ਼ ਹੈ ਸਾਡੀ ਸੁਰਤੀ ਨੂੰ ਕਿੱਥੇ ਲੈ ਜਾਊਗੀ? ਜਿੱਥੋਂ ਉਹ ਆਵਾਜ਼ ਆ ਰਹੀ ਹੈ ਉਹ ਸ੍ਰਿਸ਼ਟੀ ਦੇ ਆਰੰਭ ਵੇਲੇ ਦੀ ਮਾਲਕ ਦੇ ਮੁਖ ਤੋਂ ਚੱਲੀ ਹੋਈ ਆ ਆਵਾਜ਼, ਜਿਹਨੂੰ ਜਪਜੀ ਸਾਹਿਬ ਦੀ ਬਾਣੀ ਚ ਆਪਾਂ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਇਸ ਕਰਕੇ ਜਿੰਨਾ ਚਿਰ ਗੁਰਮੰਤਰ ਦਾ ਅਭਿਆਸ ਵਿਧੀ ਦੁਆਰਾ ਕਰਕੇ ਅਸੀਂ ਵਿਚਾਰਾਂ ਤੋਂ ਰਹਿਤ ਨਹੀਂ ਹੁੰਦੇ, ਉਨਾ ਚਿਰ ਇਹਨਾਂ ਚੀਜ਼ਾਂ ਦਾ ਭੇਦ ਨਹੀਂ ਆਉਂਦਾ। ਤੇ ਜਿਉਂ ਹੀ ਸਾਡੇ ਮਨ ਨੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ, ਉਹਦੇ ਤੋਂ ਸਾਨੂੰ ਚਰਨਾਮਤ ਵੀ ਮਿਲਣੀ ਸ਼ੁਰੂ ਹੋ ਜਾਣੀ ਹੈ। ਉਹਦੇ ਤੋਂ ਸਾਨੂੰ ਉਹ ਰਸਾਇਣ ਹੈ, ਰਸਾਂ ਦੀ ਖਾਣ ਹੈ, ਉਹਦੇ ਤੋਂ ਸਾਨੂੰ ਰਸ ਵੀ ਪ੍ਰਾਪਤ ਹੋਣਾ ਸ਼ੁਰੂ ਹੋ ਜਾਣਾ, ਜਿਹਦੇ ਬਾਰੇ ਗੁਰਬਾਣੀ ਚ ਪਾਤਸ਼ਾਹ ਸਮਝਾਉਂਦੇ, ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦਵਾਰ ਬਾਜਿਓ ਤੇ ਅੰਮ੍ਰਿਤ ਨਾਮ ਚੁਆਇਆ ਥਾ। ਜਦੋਂ ਸਾਡੀ ਸੁਰਤੀ ਮਿਹਨਤ ਕਰਕੇ 9 ਦੁਆਰਿਆਂ ਤੋਂ ਉੱਪਰ ਉੱਠਦੀ, 10ਵੇਂ ਦੁਆਰ ਦੇ ਅੰਦਰ ਪਹੁੰਚਦੀ, ਉੱਥੇ ਫਿਰ ਇਹ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਹੁੰਦੀ, ਅਕਾਲ ਪੁਰਖ ਦੇ ਚਰਨਾਂ ਨਾਲ ਸਾਡੀ ਸੁਰਤੀ ਜੁੜਦੀ ਤੇ ਅੰਮ੍ਰਿਤ ਨਾਮ ਚਵਾਇਆ ਥਾ। ਨਾਲ ਹੀ ਸਾਡੇ ਮੁਖ ਦੇ ਅੰਦਰ ਸਾਡੀ ਰਚਨਾ ਦੇ ਉੱਪਰ ਉਹ ਪ੍ਰਮਾਤਮਾ ਦੇ ਚਰਨਾਂ ਦੀ ਚਰਨਾਮਤ ਕਹਿ ਲੋ, ਉਹਨੂੰ ਰਸਾਇਣ ਕਹਿ ਲੋ, ਅੰਮ੍ਰਿਤ ਰਸ ਕਹਿ ਲੋ, ਬ੍ਰਹਮ ਰਸ ਕਹਿ ਲੋ, ਜੋ ਸਾਡੇ ਮਨ ਦੀ ਖੁਰਾਕ ਹੈ ਉਹਦੀ ਪ੍ਰਾਪਤੀ ਹੋਣੀ ਸ਼ੁਰੂ ਹੁੰਦੀ ਹੈ। ਜੇ ਇਹ ਪ੍ਰਾਪਤੀ ਨਹੀਂ ਤਾਂ ਮਹਾਰਾਜ ਪਾਤਸ਼ਾਹ ਰੋਜ਼ ਸਮਝਾਉਂਦੇ ਨੇ, ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਹੁਣ ਅਗਲੇ ਸਵਈਏ ਚ ਪਾਤਸ਼ਾਹ ਸਮਝਾ ਰਹੇ ਆ, ਪਖੰਡ ਦਾ ਪਰਦਾ ਫਾਸ ਕਰ ਰਹੇ ਆ, ਕਿਉਂਕਿ ਧਰਮ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਕਈ ਵਾਰ ਬੜੇ ਭੇਖ ਬਣਾ ਕੇ ਭਰਮ ਦੇ ਜਾਲ ਚ ਫਸਾ ਕੇ ਲੋਕ ਲੁੱਟ ਰਹੇ ਆ, ਉਦੋਂ ਵੀ ਲੁੱਟ ਰਹੇ ਸੀ। ਤੇ ਕਲਗੀਧਰ ਪਾਤਸ਼ਾਹ ਇੱਥੇ ਹੁਣ ਸਮਝਾ ਰਹੇ ਆ ਸਾਰਿਆਂ ਨੂੰ ਕਿ ਤੁਸੀਂ ਐਵੇਂ ਬਾਹਰਾ ਹੀ ਪਖੰਡ ਜਿਹਾ ਨਾ ਕਰੀ ਜਾਇਓ, ਤੱਤ ਦੀ ਵਿਚਾਰ ਦੇ ਨਾਲ ਜੁੜਨਾ ਸਿੱਖੋ। ਮਹਾਰਾਜ ਹੁਣ ਸਮਝਾ ਰਹੇ ਆ, ਕਹਿੰਦੇ ਕਹਾਂ ਭਿਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਵਕਤ ਧਿਆਨ ਲਗਾਇਓ। ਕਹਿੰਦੇ ਕੀ ਹੋ ਗਿਆ, ਤੂੰ ਇਨਸਾਨ ਅੱਖਾਂ ਵਿੱਚ ਕੇ ਤਾਂ ਬਹਿ ਗਿਆ, ਦੇਖਣ ਵਾਲੇ ਨੂੰ ਤਾਂ ਇਹ ਲੱਗੇ ਕਿ ਤੂੰ ਹੰਸ ਵਿਰਤੀ ਆ ਤੇਰੀ, ਪਰ ਬਿਰਤੀ ਤੇਰੀ ਬਗਲੇ ਵਾਲੀ ਹੋਵੇ।
कहाँ भयो जो दो लोचन मूंद कै बैठ रहे हो बक ध्यान लगायो। हुण बगले की समाधि की है। बगला नेत्र बंद करके पानी च खड़ जांदा ते जिहड़े पानी च रहन वाले जीव ने ਉਹਨੂੰ ਭਗਤ ਮੰਨ ਕੇ ਉਹਦੀ ਸ਼ਰਨ ਚ ਆਉਂਦੇ ਆ, ਕਿਉਂਕਿ ਗਿਆਨ ਆ ਸਾਰਿਆਂ ਨੂੰ ਬੀਜ ਮੰਤਰ ਸਰਬ ਕੋ ਗਿਆਨ। ਤੇ ਉਹ ਬਗਲਾ ਕੀ ਕਰਦਾ, ਉਹਨਾਂ ਨੂੰ ਆਪਣੀ ਖੁਰਾਕ ਬਣਾ ਲੈਂਦਾ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਧਰਮ ਦੇ ਨਾਂ ਤੇ ਕੀ ਹੋ ਗਿਆ ਨਤਾਨ, ਕਹਾਂ ਭਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਇੱਥੇ ਫਰਕ ਆ, ਇੱਕ ਬਗਲੇ ਦੀ ਸਮਾਧੀ ਆ, ਇੱਕ ਹੰਸ ਦੀ ਸਮਾਧੀ ਆ। ਬਗਲੇ ਦੀ ਸਮਾਧੀ ਕੀ ਆ, ਜੇ ਤਾਂ ਅਸੀਂ ਨੇਤਰ ਬੰਦ ਕਰਕੇ ਬਹਿ ਗਏ, ਨਾ ਤਾਂ ਅਸੀਂ ਨਾਮ ਜਪਦੇ ਹਾਂ ਜੋ ਮਹਾਰਾਜ ਨੇ ਸਮਝਾਇਆ, ਤੇ ਮਨ ਹੈ ਸਾਡਾ ਜਿਹੜਾ ਉਹ ਵਿਚਾਰਾਂ ਦੀ ਚੋਗ ਚੁਗੀ ਜਾਂਦਾ, ਗੰਦੇ ਮੰਦੇ ਵਿਚਾਰਾਂ ਦੀ ਵੀ ਚੁਗਦਾ। ਤੇ ਵੇਖਣ ਵਾਲੇ ਨੂੰ ਇਹ ਲੱਗੇ ਕਿ ਬੜਾ ਵੀ ਸਰੀਰ ਸੋਧ ਕੇ ਬੈਠਾ ਤੇ ਮਨ ਉਹਦਾ ਗੈਰ ਹਾਜ਼ਰ, ਇਹਨੂੰ ਕਹਿੰਦੇ ਨੇ ਬਗਲੇ ਦੀ ਸਮਾਧੀ। ਇਸੇ ਕਰਕੇ ਆ ਜਿਹੜਾ ਗੁਰਮੰਤਰ ਦਾ ਅਭਿਆਸ ਗੁਰੂ ਨਾਨਕ ਦੇ ਘਰ ਨੇ ਸਾਨੂੰ ਜ਼ੋਰ ਦਿੱਤਾ ਕਿ ਤੁਸੀਂ ਨੇਤਰ ਬੰਦ ਕਰਕੇ ਫਿਰ ਬੋਲ ਕੇ ਆਪਣੀ ਆਵਾਜ਼ ਨੂੰ ਵੀ ਸੁਣਨਾ, ਤਾਂ ਕਿ ਤੁਹਾਡੀ ਬਗਲੇ ਵਰਗੀ ਸਮਾਧੀ ਨਾ ਬਣੀ ਰਹੇ। ਨੇਤਰ ਬੰਦ ਕਰਕੇ ਤਾਂ ਬਹਿ ਜਾਓ ਤੇ ਸੁਰਤੀ ਤੁਹਾਡੀ ਵਿਚਾਰਾਂ ਦਾ ਚੋਗਾ ਚੁਗਦੀ ਭੱਜੀ ਫਿਰੇ। ਇਸੇ ਨੂੰ ਮਹਾਰਾਜ ਨੇ ਇੱਥੇ ਹੁਣ ਖੰਡਨ ਕੀਤਾ, ਕਹਿੰਦੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਕਹਿੰਦੇ ਭਾਵੇਂ ਸੱਤਾਂ ਸਮੁੰਦਰਾਂ ਚ ਨਹਾਈ ਜਾਓ, ਵੀ ਤਨ ਦੀ ਸਫਾਈ ਕਰਨੀ, ਤੇ ਕੀ ਹੋਊਗਾ ਮਹਾਰਾਜ ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ। ਤੁਹਾਡਾ ਲੋਕ ਵੀ ਖਤਮ ਤੇ ਪਰਲੋਕ ਵੀ ਖਤਮ। ਕਿਉਂ ਹੋ ਗਿਆ ਖਤਮ, ਕਿਉਂਕਿ ਵਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਵੈਸ ਬਤਾਇਓ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਸੇਵਾ ਸਿਮਰਨ ਨਹੀਂ ਕੀਤਾ, ਉਹ ਭਾਵੇਂ ਕਰੋੜਾਂ ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਕਰੋੜਾਂ ਤੀਰਥਾਂ ਤੇ ਨਹਾ ਲਏ, 7 ਸਮੁੰਦਰ ਮੰਨੇ ਗਏ ਨੇ ਮੇਨ, ਤੇ ਉਹਨਾਂ ਚ ਨਹਾ ਲਏ, ਪਰ ਮਹਾਰਾਜ ਕਹਿੰਦੇ ਹੋਊਗਾ ਕਿ ਲੋਕ ਗਇਓ ਪਰਲੋਕ ਗਵਾਇਓ। ਲੋਕ ਵੀ ਖਤਮ ਤੇ ਪਰਲੋਕ ਵੀ ਖਤਮ। ਕਿਉਂ ਹੋ ਗਿਆ ਖਤਮ, ਕਹਿੰਦੇ ਉਹਨਾਂ ਨੇ ਆਪਣੇ ਮਨ ਨੂੰ ਵਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਵੈਸ ਬਤਾਇਓ। ਉਹਨਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਨੀ, ਬਾਣੀ ਨਹੀਂ ਪੜ੍ਹਨੀ, ਨਾਮ ਨਹੀਂ ਜਪਣਾ, ਅੱਛਾ ਬੋਲਣਾ ਨਹੀਂ ਹੈ, ਤੇ ਜਿਹੜੀ ਸੁਰਤੀ ਆ ਉਹ ਹਰ ਸਮੇਂ ਸੰਸਾਰ ਦੇ ਵਿਕਾਰਾਂ ਦੇ ਅੰਦਰ ਡੁੱਬੀ ਰਹਿੰਦੀ ਹੈ। ਸਾਰੀ ਜ਼ਿੰਦਗੀ ਆ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਿਤ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ। ਫਿਰ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਸੌਖਾ ਜਿਹਾ ਰਾਹ ਦੱਸ ਦਿਓ। ਇਨਸਾਨ ਦੇ ਜੀਵਨ ਦੀ ਕਹਾਣੀ ਤਾਂ ਬਾਹਲੀ ਉਲਝ ਜਾਂਦੀ ਆ ਅਗਿਆਨਤਾ ਦੇ ਹਨੇਰੇ 'ਚ। ਫਿਰ ਅਖੀਰ ਪਾਤਸ਼ਾਹ ਕੀ ਸਮਝਾਉਂਦੇ, ਕਹਿੰਦੇ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਜੇ ਭਾਈ ਤੁਸੀਂ ਆ ਸਾਰੇ ਧਰਮ ਦੇ ਕਰਮ ਜੋ ਕਰਦੇ ਹੋ, ਇਹ ਕਰਕੇ ਪ੍ਰਮਾਤਮਾ ਨਾਲ ਪਿਆਰ ਤੁਹਾਡਾ ਪੈ ਗਿਆ, ਫੇਰ ਤਾਂ ਤੁਹਾਡੇ ਕੀਤੇ ਇਹ ਸਫਲ। ਜੇ ਨਹੀਂ ਪਿਆ ਤਾਂ ਸਮਝ ਲਓ ਤੁਸੀਂ ਕੁਝ ਨਹੀਂ ਖੱਟਿਆ। ਹੁਣ ਪ੍ਰਮਾਤਮਾ ਨਾਲ ਪਿਆਰ ਸਾਡਾ ਦੋ ਤਰ੍ਹਾਂ ਦਾ ਹੈ। ਇੱਕ ਤਾਂ ਸਵਾਰਥ ਦਾ ਪਿਆਰ ਹੈ, ਅਸੀਂ ਪ੍ਰਮਾਤਮਾ ਦਾ ਕੋਈ ਸੇਵਾ ਕੀਤੀ, ਕੋਈ ਸਿਮਰਨ ਬੰਦਗੀ ਕਰਨੀ ਸ਼ੁਰੂ ਕੀਤੀ ਸਿਰਫ ਆ ਦੁਨਿਆਵੀ ਕਾਰਜਾਂ ਵਾਸਤੇ, ਦੁਨਿਆਵੀ ਪਦਾਰਥਾਂ ਦੇ ਸਵਾਰਥਾਂ ਵਾਸਤੇ। ਜੇ ਤਾਂ ਪੂਰੇ ਹੋ ਗਏ ਤਾਂ ਕਰੀ ਗਏ, ਜੇ ਨਾ ਪੂਰੇ ਹੋਏ ਤਾਂ ਛੱਡ ਤੇ। ਕਈ ਵਾਰ ਬਹੁਤ ਸਾਰੇ ਪੂਰੇ ਵੀ ਹੋ ਜਾਂਦੇ ਆ
ਇੱਕ ਅੱਧਾ ਨਾਂ ਪੂਰਾ ਹੋਵੇ। ਕਈ ਵਾਰ ਮਾਲਕ ਦੇਖਦਾ ਵੀ ਪਿਆਰ ਮੇਰੇ ਨਾਲ ਸੱਚਾ ਕਰਦੇ ਆ ਕਿ ਝੂਠਾ ਕਰਦੇ ਆ, ਉਦੋਂ ਬਾਅਦ ਸਾਡੇ ਭਰੋਸੇ ਵੀ ਟੁੱਟ ਜਾਂਦੇ ਆ। ਤੇ ਜੇ ਸਾਡੇ ਮਨ ਦੇ ਅੰਦਰ ਜਿੰਨੇ ਧਰਮ ਦੇ ਕਰਮ ਇਹ ਵਾਹਿਗੁਰੂ ਕਿਰਪਾ ਕਰਕੇ ਮਨ 'ਚ ਸਾਡੇ ਸੋਚ ਬਣਾ ਦੇਵੇ ਵੀ ਇਹ ਤਾਂ ਅਸੀਂ ਆਪਣੇ ਜੀਵਨ ਦੀ ਸਫਲਤਾ ਵਾਸਤੇ ਕਰਨੇ ਆ, ਕਿ ਮਾਲਕ ਨੇ ਸਾਨੂੰ 84 ਲੱਖ ਜੂਨ ਦੀ ਸਰਦਾਰੀ ਬਖਸ਼ੀ ਆ, ਇਹੀ ਇੱਕ ਜਨਮ ਜਿਹਦੇ 'ਚ ਅਸੀਂ ਉਹਦੇ ਨਾਲ ਅਭੇਦ ਹੋ ਕੇ ਆਪਣਾ ਜੰਮਣ ਮਰਨ ਦਾ ਚੱਕਰ ਖਤਮ ਕਰ ਸਕਦੇ ਹਾਂ। ਤੇ ਜੇ ਇਹ ਸੋਚ ਲੈ ਕੇ ਇਨਸਾਨ ਚੱਲੇ, ਫਿਰ ਪਾਤਸ਼ਾਹ ਨੇ ਹੌਸਲਾ ਵੀ ਆਪਾਂ ਨੂੰ ਦਿੱਤਾ। ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਨੇ ਬੁਲਾਏ ਨਭ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਜਿਹਨੇ ਆਪਦੇ ਮਨ 'ਚ ਪਰਮਾਤਮਾ ਨੂੰ ਵਸਾ ਲਿਆ, ਆ ਸੰਸਾਰ ਦੇ ਪਦਾਰਥ ਦਾ ਪਾਤਸ਼ਾਹ ਕਹਿੰਦੇ ਤੁਹਾਡੇ ਮਗਰ ਮਗਰ ਭੱਜੇ ਫਿਰਨਗੇ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜੋ ਹਰ ਹਿਰਦੇ ਸਦਾ ਵਸਾਏ। ਕਹਿੰਦੇ ਤੁਸੀਂ ਇਹ ਸੋਚ ਨੂੰ ਛੱਡ ਕੇ ਯਤਨ ਕਰੋ ਪਰਮਾਤਮਾ ਨਾਲ ਪਿਆਰ ਪਾਉਣ ਦੀ, ਐਸੇ ਕਾਰਜ ਤੁਹਾਡੇ ਕਰ ਦੂਗਾ ਜਿਹੜੇ ਕਿਤੇ ਤੁਸੀਂ ਸੋਚੇ ਵੀ ਨਹੀਂ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਨ ਹਰਿ ਕਾ ਨਾਮ ਪਿਆਰਾ। ਇਸ ਕਰਕੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਭਾਈ ਇਹ ਤਤ ਦੀ ਵਿਚਾਰ ਤੁਹਾਨੂੰ ਸਮਝਾਉਂਦੇ ਆ। ਸਾਚ ਕਹੂੰ ਸੁਣ ਲਿਹੋ ਸਵੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਉਸ ਮਾਲਕ ਨਾਲ ਸੱਚਾ ਪ੍ਰੇਮ ਪਾਇਆ, ਤੁਹਾਡਾ ਲੋਕ ਵੀ ਸੁਖੀ ਤੇ ਉਹਦੀ ਪ੍ਰਾਪਤੀ ਵੀ। ਨਹੀਂ ਗੁਰਬਾਣੀ 'ਚ ਸਾਵਧਾਨ ਵੀ ਕੀਤਾ ਆਪਾਂ ਨੂੰ। ਮਹਾਰਾਜ ਕਹਿੰਦੇ ਜੱਗ ਜੂਆ ਖੇਡ ਰਿਹਾ ਸੰਸਾਰ, ਪਰਮਾਤਮਾ ਦਾ ਨਾਂ ਤਾਂ ਜਪਦੇ ਨਹੀਂ, ਉਹਦੇ ਨਾਮ ਦੀ ਮੰਗ ਕਰਦੇ ਨਹੀਂ ਤੇ ਸੁੱਖ ਚਾਹੁੰਦੇ ਆ। ਕੀ ਸਮਝਾਉਂਦੇ? ਕਹਿੰਦੇ ਐਸਾ ਜੱਗ ਦੇਖਿਆ ਜੁਆਰੀ, ਜੁਆਰੀ ਕਹਿੰਦੇ ਨੇ ਜੂਆ ਖੇਡਣ ਵਾਲਿਆਂ ਨੂੰ। ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਹਰ ਨਾਮ ਵਿਸਾਰੀ। ਸੁੱਖ ਤਾਂ ਮੰਗਦੇ ਆ ਪਰ ਸੁੱਖਾਂ ਦੇ ਦਾਤੇ ਨੂੰ ਭੁਲਾਇਆ ਹੋਇਆ। ਅਖੀਰਲੇ ਸਵਈਏ ਦੇ ਅੰਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਅੰਦਰ ਆਪਾਂ ਨੂੰ ਸਮਝਾ ਰਹੇ ਆ ਸੰਸਾਰ ਦੀ ਖੇਡ। ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਹਿੰਦੇ ਬਹੁਤ ਸਾਰੇ ਮਨੁੱਖਾਂ ਨੇ ਆਪਣੇ ਧਰਮ ਦੀ ਰੀਤੀ ਅਨੁਸਾਰ ਇਹ ਪੱਥਰ ਦਾ ਬਣਿਆ ਹੋਇਆ ਪ੍ਰਮਾਤਮਾ ਠਾਕੁਰ ਜੀ ਨੂੰ ਸਾਲਗ੍ਰਾਮ ਵੀ ਕਿਹਾ ਗਿਆ, ਉਹਨਾਂ ਦੀ ਪੂਜਾ ਕਰ ਰਹੇ ਆ। ਕਿਉਂਕਿ ਬਹੁਤ ਸਾਰੇ ਅੱਜ ਵੀ ਆਪਾਂ ਵੇਖਦੇ ਹਾਂ ਪੱਥਰ ਦੇ ਠਾਕੁਰ ਬਣਾ ਕੇ, ਉਹਨਾਂ ਨੂੰ ਵਿਚਾਰਿਆਂ ਨੂੰ ਸਿੱਖਿਆ ਹੀ ਧਰਮ ਦੀ ਇੰਨੀ ਕੁ ਮਿਲੀ ਤੇ ਨਾ ਉਹ ਛੱਡਣ ਨੂੰ ਤਿਆਰ ਹੁੰਦੇ ਆ, ਉਹ ਉਹਨਾਂ ਦੀ ਪੂਜਾ ਕਰਦੇ ਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਨੂੰ ਭੇਜ ਦਿੱਤਾ ਗਿਆ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਜੋ ਪਾਥਰ ਕੋ ਕਹਤੇ ਦੇਵ ਤਾਕੀ ਨਿਰਫਲ ਹੋਵਤ ਸੇਵ। ਕਹਿੰਦੇ ਪੱਥਰ ਤਾਂ ਆਪ ਡੁੱਬ ਜਾਂਦਾ, ਤੁਹਾਨੂੰ ਕਿੱਥੋਂ ਤਾਰ ਦੂਗਾ। ਪੱਥਰ 'ਚ ਇੰਨੀ ਸ਼ਕਤੀ ਨਹੀਂ ਹੈ ਕਿ ਕਿਸੇ ਇਨਸਾਨ ਨੂੰ ਤਾਰ ਦੇਵੇ। ਇਨਸਾਨ ਨੇ ਅੱਜ ਇੰਨੀ ਕੁ ਤਰੱਕੀ ਕਰ ਲਈ, ਉਹ ਪੱਥਰਾਂ ਨੂੰ ਜਹਾਜ਼ਾਂ ਕਿਸ਼ਤੀਆਂ ਰਾਹੀਂ ਤਾਰ ਲਿਆ ਉਹਨੇ ਪਾਣੀ ਤੇ ਕਈ ਵਾਰ ਸਾਨੂੰ ਭੁਲੇਖਾ ਵੀ ਪਾ ਦਿੱਤਾ ਜਾਂਦਾ ਵੀ ਭਗਤ ਧੰਨੇ ਨੇ ਪੱਥਰ 'ਚੋਂ ਰੱਬ ਦੀ ਪ੍ਰਾਪਤੀ ਕਰ ਲਈ। ਇਹ ਵੀ ਆਪਾਂ ਕਿਸੇ ਦਿਨ ਕਰ ਲਾਂਗੇ ਵਿਚਾਰ। ਪੱਥਰ ਦੀ ਪ੍ਰਾਪਤੀ ਨਹੀਂ ਉਹਨੇ ਭਗਵਾਨ ਦੀ ਕੀਤੀ, ਉਹ ਹੋਰ ਖੇਡ ਸੀ। ਉਹ ਗੁਰਬਾਣੀ ਅੰਦਰ ਬੜੀ ਖੋਲ ਕੇ ਸਮਝਾਈ ਹੋਈ ਆ ਤੇ ਉਹ ਕਰ ਲਾਂਗੇ ਕਿਸੇ ਦਿਨ ਵੇਦ ਦੀ ਵਿਚਾਰ ਤੇ ਗੁਰਬਾਣੀ ਦੀ ਤੱਤ ਦੀ ਜਿਹੜੀ ਵਿਚਾਰ ਆ। ਇੱਥੇ ਹੁਣ ਮਹਾਰਾਜ ਸਮਝਾ ਰਹੇ ਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਿਸੇ ਮਨੁੱਖ ਨੇ ਪੱਥਰ ਦਾ ਬਣਿਆ ਹੋਇਆ ਸਾਲਗ੍ਰਾਮ ਉਹਦੀ ਪੂਜਾ ਕਰਕੇ ਉਹਨੂੰ ਆਪਣੇ ਸਿਰ ਦੇ ਉੱਪਰ ਦਿਮਾਗ ਦੇ ਅੰਦਰ ਇੰਨਾ ਫਿੱਟ ਕਰ ਲਿਆ ਕਿ ਇਹ ਪੱਥਰ ਹੀ ਰੱਬ ਹੈ। ਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਆਪਣੇ ਗਲੇ ਦੇ ਅੰਦਰ ਵੀ ਲਟਕਾਇਆ ਹੋਇਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪੋਸ਼ਾਕੋ
ਸੀਸ ਨਵਾਇਓ। ਕਿਸੇ ਪੁਰਸ਼ ਨੇ ਪਰਮਾਤਮਾ ਨੂੰ ਦੱਖਣ ਵਾਲੇ ਪਾਸੇ ਜਾਣਿਆ, ਕਿਉਂਕਿ ਜਿਹੜਾ ਹਿੰਦੂ ਮਤ ਇਹ ਦੱਖਣ ਵਾਲੇ ਪਾਸੇ ਪਰਮਾਤਮਾ ਨੂੰ ਮੰਨਦਾ। ਕਾਰਨ ਕਿਉਂਕਿ ਜਿਹੜੀ ਕ੍ਰਿਸ਼ਨ ਜੀ ਦੀ ਨਗਰੀ ਹੈ, ਨਿਵਾਸ ਸਥਾਨ ਉਹ ਦੁਆਰਕਾ ਚ ਹੈ, ਉਹ ਦੱਖਣ ਵਾਲੇ ਪਾਸੇ ਨੂੰ ਆਪਾਂ ਨੂੰ ਮਿਲਦਾ। ਇਸ ਕਰਕੇ ਜਿਹੜੇ ਇਹ ਲੋਕ ਨੇ, ਇਹਨਾਂ ਨੇ ਪਰਮਾਤਮਾ ਨੂੰ ਦੱਖਣ ਵਾਲੇ ਪਾਸੇ ਮੰਨਣਾ ਸ਼ੁਰੂ ਕਰਤਾ। ਤੇ ਮਹਾਰਾਜ ਸਮਝਾ ਰਿਹਾ, ਕਾਹੂ ਲਖਿਓ ਹਰ ਅਵਾਸੀ ਦਿਸ਼ਾ ਮੈਂ, ਕਾਹੂ ਪੋਸ਼ਾਕੋ ਸੀਸ ਨਵਾਇਓ। ਤੇ ਜਿਹੜਾ ਮੁਸਲਮਾਨ ਭਾਈਚਾਰਾ, ਇਹਨਾਂ ਨੇ ਖੁਦਾ ਦੇ ਨਿਵਾਸ ਨੂੰ ਪੱਛਮ ਵਾਲੇ ਪਾਸੇ ਮੰਨਿਆ। ਕਾਬੇ ਦੇ ਅੰਦਰ ਉਹ ਪੱਛਮ ਵਾਲੇ ਪਾਸੇ ਪੈਂਦਾ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿੰਦੇ, ਭੁਲੇਖਾ ਖਾ ਗਏ ਜੀਵ। ਕਾਹੂ ਲਖਿਓ ਹਰ ਅਵਾਸੀ ਦਿਸ਼ਾ ਮੈਂ, ਕਾਹੂ ਪੋਸ਼ਾਕੋ ਸੀਸ ਨਵਾਇਓ। ਤੇ ਗੁਰੂ ਨਾਨਕ ਦੇ ਘਰ ਨੇ ਇਹ ਗਿਆਨ ਆਪਾਂ ਨੂੰ ਦਿੱਤਾ ਕਿ ਪਰਮਾਤਮਾ ਕੋਈ ਵੀ ਜਗ੍ਹਾ ਐਸੀ ਨਹੀਂ ਜਿੱਥੇ ਉਹਦਾ ਵਾਸਾ ਨਹੀਂ। ਜਿੰਨਾ ਆ ਖੇਲ ਚੱਲ ਰਿਹਾ ਪਰਮਾਤਮਾ ਦੀ ਦੇਹ ਦੇ ਅੰਦਰ ਚੱਲ ਰਿਹਾ। ਹਰੇਕ ਇਨਸਾਨ ਦੇ ਅੰਦਰ ਬੈਠਾ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾ ਰਹੇ ਆ, ਕਿਸੇ ਨੇ ਭਾਈ ਉਹਨੂੰ ਦੱਖਣ ਦਿਸ਼ਾ ਵੱਲ ਮੰਨ ਲਿਆ, ਕਿਸੇ ਨੇ ਉਹਨੂੰ ਪੱਛਮ ਦਿਸ਼ਾ ਵੱਲ ਮੰਨ ਲਿਆ। ਇਸ ਕਰਕੇ ਹੁਣ ਇਦੋਂ ਅੱਗੇ ਪਰਮਾਤਮਾ ਨੂੰ ਵੀ ਛੱਡ ਗਏ। ਕੀ ਕਰਨਾ ਸ਼ੁਰੂ ਕਰਤਾ? ਕਹਿੰਦੇ ਕੋ ਬਤਾਨ ਕੋ ਪੂਜਤ ਹੈ ਬਸ, ਕੋ ਮਿਰਤਾਨ ਕੋ ਪੂਜਨ ਧਾਇਓ। ਕਹਿੰਦੇ ਕਿਸੇ ਨੇ ਅਗਿਆਨਤਾ ਦੇ ਵਸ ਪਸ਼ੂਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੋ ਬਤਾਨ ਕੋ, ਕਿਸੇ ਨੇ ਬੁੱਤਾਂ ਨੂੰ ਪੂਜਣਾ ਸ਼ੁਰੂ ਕਰਤਾ। ਤੇ ਕਿਸੇ ਨੇ ਮਰਿਆ ਹੋਇਆ ਪੀਰਾਂ ਫਕੀਰਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਕੋ ਬਤਾਨ ਕੋ, ਕੋਈ ਬੁੱਤਾਂ ਨੂੰ ਪੂਜਦਾ, ਕੋਈ ਪਸ਼ੂਆਂ ਨੂੰ ਪੂਜੀ ਜਾਂਦਾ, ਕੋਈ ਮਰਿਆ ਹੋਇਆਂ ਨੂੰ ਜਿਹੜੇ ਸੰਸਾਰ ਚੋਂ ਚਲੇ ਗਏ ਉਹਨਾਂ ਦੀਆਂ ਮਟੀਆਂ ਬਣਾ ਕੇ ਉਹਨਾਂ ਨੂੰ ਪੂਜਣਾ ਸ਼ੁਰੂ ਕਰਤਾ। ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਇੰਨਾ ਕਿਉਂ ਗਲਤ ਰਸਤੇ ਚੱਲ ਪਏ ਲੋਕ? ਫਿਰ ਅਖੀਰਲੀ ਪੰਗਤੀਆਂ ਚ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਇਹ ਝੂਠ ਦੀ ਕਿਰਿਆ ਅੰਦਰ ਤੁਰ ਪਏ। ਕੋਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਅਗਿਆਨਤਾ ਬਸ ਐਸੇ ਟੀਚਰਾਂ ਤੋਂ ਗਿਆਨ ਲੈ ਕੇ ਬੈਠ ਗਏ, ਪਰਮਾਤਮਾ ਦਾ ਤਾਂ ਭੇਦ ਨਹੀਂ ਲਿਆ। ਸਿਰਫ ਕਿਸੇ ਨੇ ਬੁੱਤਾਂ ਨੂੰ ਪੂਜਣਾ ਸ਼ੁਰੂ ਕਰਤਾ, ਕਿਸੇ ਨੇ ਮਰਿਆ ਹੋਇਆਂ ਨੂੰ ਪੂਜਣਾ ਸ਼ੁਰੂ ਕਰਤਾ, ਤੇ ਕਿਸੇ ਨੇ ਪਸ਼ੂਆਂ ਆਦਿਕ ਦੀ ਪੂਜਾ ਕਰਨੀ ਸ਼ੁਰੂ ਕਰਤੀ। ਉਹ ਤਾਂ ਭਾਵੇਂ ਅੱਜ ਵੀ ਆਪਾਂ ਦੇਖ ਲਓ, ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਵਧਿਆ ਹੋਇਆ, ਸਾਧਨ ਬੜੇ ਨੇ, ਪਰ ਸ਼ਾਇਦ ਜਾਂ ਤਾਂ ਇਹਨਾਂ ਗੱਲਾਂ ਦੀ ਸਾਨੂੰ ਸਮਝ ਨਹੀਂ ਆਉਂਦੀ, ਜਾਂ ਫਿਰ ਸਾਨੂੰ ਭਰੋਸਾ ਨਹੀਂ ਹੈ। ਅੱਜ ਵੀ ਲੋਕ ਬੁੱਤਾਂ ਨੂੰ ਪੂਜੀ ਜਾਂਦੇ ਆ। ਕਈ ਵਾਰ ਤਾਂ ਹੈਰਾਨ ਹੋ ਜਾਈਦਾ, ਜਦੋਂ ਅੰਮ੍ਰਿਤ ਛਕੇ ਵਾਲੇ ਵੀ ਪੀਰਾਂ ਨੂੰ ਪੂਜਦੇ ਫਿਰਦੇ ਆ। ਉਹ ਵੀ ਕਿਹੜੇ ਪੀਰਾਂ ਨੂੰ? ਮੁਸਲਮਾਨ ਪੀਰਾਂ ਨੂੰ, ਜਿਨ੍ਹਾਂ ਦੀ ਕੋਈ ਹੋਂਦ ਬਾਰੇ ਨਹੀਂ ਪਤਾ ਵੀ ਇਹ ਕੌਣ ਹੋਇਆ, ਕਦੋਂ ਹੋਇਆ, ਕੀ ਇਹ ਕਹਾਣੀ ਆ। ਬਸ ਦੇਖਾ ਦੇਖੀ ਸਵਾਂਗ ਤਰ ਭੂਲੇ, ਭਟਕੇ ਖਾਹੇ। ਤੇ ਜੇ ਮਹਾਰਾਜ ਕਹਿੰਦੇ ਪੀਰਾਂ ਨੂੰ ਹੀ ਮੰਨਣਾ ਤਾਂ ਮੰਨੋ ਫਿਰ ਆਪਾਂ ਪੰਜ ਪਿਆਲੇ, ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਤੇ ਦਸਵਾਂ ਉੱਚਦਾ ਪੀਰ ਉਹਨਾਂ ਮੁਸਲਮਾਨ ਭਰਾਵਾਂ ਨੇ ਉੱਥੋਂ ਮੋਢਿਆਂ ਤੇ ਚੱਕ ਕੇ ਕੱਢਿਆ। ਇਹ ਪੀਰ ਤਾਂ ਸਾਨੂੰ ਚੰਗੇ ਲੱਗਣੋਂ ਹਟਦੇ ਜਾਂਦੇ ਆ, ਤੇ ਉਹਨਾਂ ਦਾ ਪਤਾ ਵੀ ਕੋਈ ਨਹੀਂ ਹੋਏ ਆ ਜਾਂ ਨਹੀਂ ਹੋਏ, ਮਾਲਕ ਜਾਣੇ। ਬਸ ਦੇਖਾ ਦੇਖੀ ਇਹ ਕੂੜ ਦੀ ਕਿਰਿਆ ਚ ਉਰਜ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੰਸਾਰ ਕੋ ਬਤਾਨ ਕੋ ਪੂਜਤ ਹੈ, ਕੋਈ ਬੁੱਤਾਂ ਨੂੰ ਪੂਜੀ ਜਾਂਦਾ, ਕੋਈ ਪਸ਼ੂਆਂ ਦੀ ਪੂਜਾ ਕਰੀ ਜਾਂਦਾ। ਕੋ ਮਰਤਾਨ ਕੋ ਪੂਜਨ ਧਾਇਓ, ਕੋਈ ਮਰਿਆ ਹੋਇਆਂ ਦੀ ਪੂਜਾ ਕਰੀ ਜਾਂਦਾ। ਆਪਣੇ ਖੇਤਾਂ ਚ ਮਟੀਆਂ ਮੁਟੀਆਂ ਬਣੀਆਂ ਵੀਆਂ, ਕਈਆਂ ਨੂੰ ਤਾਂ ਪਤਾ ਹੀ ਨਹੀਂ ਜੀ ਕਿਹਦੀਆਂ ਜਾਂ ਕੀ ਗੱਲ ਆ, ਕੀ ਬਾਤ ਆ। ਕਾਰਨ ਕੀ ਹੋ ਗਿਆ? ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਰ ਪਰਮਾਤਮਾ ਦਾ ਭੇਦ ਨਹੀਂ ਜਾਣਿਆ। ਜਿਹੜੇ ਇਨਸਾਨ ਨੇ ਮਾਲਿਕ ਦੇ ਭੇਦ ਨੂੰ ਜਾਣ ਲਿਆ,
ਉਹ ਫਿਰ ਕਿਸੇ ਆਕਾਰ ਦੀ ਪੂਜਾ ਨਹੀਂ ਕਰਦਾ, ਉਹ ਨਿਰਾਕਾਰ ਦੀ ਪੂਜਾ ਕਰਦਾ। ਉਹ ਸਤਿਗੁਰੂ ਪਾਤਸ਼ਾਹ ਦੀ ਬਾਣੀ ਜੋ ਆਪਾਂ ਨੂੰ ਗਿਆਨ ਦੇ ਰਹੀ ਹੈ ਕਿ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਕਹੋ ਨਾਨਕ ਦ੍ਰਿਸ਼ਟਾਰ। ਇਹ ਕਲਗੀਧਰ ਪਾਤਸ਼ਾਹ ਜੀ ਨੇ ਆਪਾਂ ਨੂੰ ਆ ਜਿਹੜੇ ਆਪਾਂ ਸਵਈਏ ਨਿਤਨੇਮ ਦੀਆਂ ਬਾਣੀਆਂ 'ਚ ਪੜ੍ਹਦੇ ਹਾਂ, ਇਹਨਾਂ ਦੇ ਅੰਦਰ ਗਿਆਨ ਦਿੱਤਾ। ਇਸ ਕਰਕੇ ਆਪਾਂ ਯਤਨ ਕਰਨਾ ਹੁੰਦਾ, ਸਾਡਾ ਮਨ ਡਰਦਾ ਜਿਹਾ ਨਾ ਰਵੇ, ਤੇ ਉਹਦੇ ਵਾਸਤੇ ਸਾਨੂੰ ਨਿਰਭਉ ਹੋਣ ਵਾਸਤੇ ਨਿਰਭਉ ਜਪੈ ਸਗਲ ਭੈ ਮਿਟੈ। ਉਸ ਨਿਰਭਉ ਪ੍ਰਮਾਤਮਾ ਨੂੰ ਜਪ ਕੇ ਤੇ ਭੈ ਦੂਰ ਕਰਨੇ ਪੈਣੇ, ਤੇ ਫਿਰ ਸਾਨੂੰ ਸੁਝੀ ਆਵੇਗੀ। ਆਓ ਫਿਰ ਆਪਾਂ ਹੁਣ ਗੁਰਮੰਤਰ ਦਾ ਅਭਿਆਸ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿ